ਚੈਨਲ 7 ਡੇ ਨਿਊਜ਼ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਫਿਰ ਤੁਹਾਡੇ ਨਾਲ ਇੱਕ ਬਹੁਪੱਖੀ ਸ਼ਖਸੀਅਤ ਦੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਸਮਾਜ ਸੇਵਾ ਦੇ ਵਿੱਚ ਵੱਡਾ ਨਿਮਾਣਾ ਖੱਟਣ ਵਾਲੇ, ਵਿਦਿਅਕ ਖੇਤਰ ਦੇ ਚਾਨਣ ਮੁਨਾਰੇ ਇਲਾਕੇ ਦੇ ਲੋਕਾਂ ਨੂੰ, ਵਿਦਿਆਰਥੀਆਂ ਨੂੰ ਵਿੱਦਿਆ ਵੰਡਣ ਦੇ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਸਮਾਜ ਸੇਵੀ, ਟਰਾਂਸਪੋਰਟ ਦੇ ਧੰਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਹੋਏ ਸਰਦਾਰ ਭੋਲਾ ਸਿੰਘ ਵਿਰਕ, ਜਿਨ੍ਹਾਂ ਨੇ ਰਾਜਨੀਤੀ ਵਿੱਚ ਵੀ ਵੱਖਰਾ ਮੁਕਾਮ ਹਾਸਲ ਕੀਤਾ। ਵਿਰਕ ਸਾਹਿਬ, ਤੁਹਾਡਾ ਸਵਾਗਤ ਹੈ ਚੈਨਲ 7। ਬਹੁਤ ਮਿਹਰਬਾਨੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਿਰਕ ਸਾਹਿਬ, ਪਹਿਲਾਂ ਤਾਂ ਦੱਸੋ ਸਮਾਜ ਸੇਵਾ ਦੀ ਚੇਟਕ ਕਿੱਥੋਂ ਲੱਗੀ ਜੀ? ਦੇਖੋ ਜੀ, ਸਮਾਜ ਸੇਵਾ ਦੀ ਕੋਈ ਚੇਟਕ ਨਹੀਂ ਹੁੰਦੀ, ਇੱਕ ਸੁਭਾਅ ਦਾ ਹਿੱਸਾ ਹੈ ਜੀ। ਪਿੰਡਾਂ 'ਚ ਜੰਮੇ ਸੀ, ਪਿੰਡਾਂ 'ਚ ਪੜ੍ਹੇ ਸੀ, ਲੇਕਿਨ ਹਮੇਸ਼ਾ ਜੀ ਕਰਦਾ ਹੁੰਦਾ ਹਰੇਕ ਬੰਦੇ ਦਾ ਵੀ ਮੈਂ ਕੁਝ ਚੰਗਾ ਕਰਾਂ। ਪਰੰਤੂ ਇਹ ਵੱਖਰੀ ਗੱਲ ਕਿ ਲੋਕ ਉਹਨੂੰ ਚੰਗੇ ਨੂੰ ਚੰਗਾ ਹੀ ਦੇਖਦੇ ਨੇ ਜਾਂ ਚੰਗੇ ਨੂੰ ਮਾੜਾ ਵੀ ਦੇਖਦੇ ਨੇ। ਸੋ ਮੈਂ ਕਿਸਮਤ ਵਾਲਾ ਸਮਝਦਾ ਕਿ ਮੇਰੇ ਕੰਮ ਨੂੰ ਲੋਕ ਚੰਗਾ ਸਮਝਦੇ ਰਹੇ, ਪਰ ਮੈਨੂੰ ਇਹ ਬਹੁਤਾ ਨਹੀਂ ਸੀ ਪਤਾ ਕਿ ਮੈਂ ਚੰਗਾ ਕਰਦਾ ਜਾਂ ਮੈਂ ਮਾੜਾ ਕਰਦਾ। ਪਰੰਤੂ ਮੈਂ ਜੋ ਵੀ ਕਰਦਾ ਸੀ ਤੇ ਉਹ ਚੰਗੇ ਲਈ ਕਰਦਾ ਸੀ ਤੇ ਲੋਕ ਉਹਨੂੰ ਚੰਗਾ ਮਹਿਸੂਸ ਕਰਨ ਲੱਗੇ। ਹੌਲੀ ਹੌਲੀ ਸਮਾਜ ਸੇਵਾ ਦੇ ਵਾਂਗ ਜੋ ਹਰੇਕ ਸਮਾਜ ਸੇਵੀ ਆ ਰਾਜਨੀਤੀ ਵੱਲ ਪ੍ਰਵੇਸ਼ ਕਰ ਗਏ, ਤੇ ਤੁਸੀਂ ਵੀ ਰਾਜਨੀਤੀ 'ਚ ਕਦੋਂ ਤੇ ਕਿਵੇਂ ਜੀ ਪ੍ਰਵੇਸ਼ ਕੀਤਾ? ਦੇਖੋ, ਅਲੱਗ-ਅਲੱਗ ਧਾਰਨਾਵਾਂ ਲਾਗੂ ਹੁੰਦੀਆਂ ਨੇ, ਮੇਰੇ 'ਤੇ ਵੀ ਇਹ ਲਾਗੂ ਹੋਈ, ਪਰੰਤੂ ਥੋੜ੍ਹੀ ਜਿਹੀ ਵੱਖਰੀ ਰਹੀ। ਜਿਹੜਾ ਤੁਸੀਂ ਕਹਿ ਰਹੇ ਹੋ ਸਮਾਜ ਸੇਵਾ ਵਾਲੀ ਗੱਲ, ਬਿਲਕੁਲ ਠੀਕ ਹੈ। ਮੈਂ ਇੱਕ ਸੋਸ਼ਲ ਆਦਮੀ ਹਾਂ, ਅੱਜ ਤੱਕ ਵੀ ਮੈਂ ਸੋਸ਼ਲ ਆਦਮੀ ਹਾਂ। ਮੇਰੇ ਸੰਪਰਕ ਬਹੁਤ ਹੀ ਰਾਜਨੀਤੀ ਦੇ ਧਨਾੜ ਮਰਹੂਮ ਨੇਤਾ ਸ਼੍ਰੀ ਹਰਕ੍ਰਿਸ਼ਨ ਸਿੰਘ ਜੀ ਸੁਰਜੀਤ ਨਾਲ 1987-88 'ਚ ਮੇਰੇ ਉਹਨਾਂ ਨਾਲ ਰਿਲੇਸ਼ਨ ਹੋਏ ਜੀ। ਵੱਖਰੀ ਗੱਲ ਕਿ ਉਹ ਇੱਕ ਪਾਰਟੀ ਦੇ ਬਹੁਤ ਵੱਡੇ ਆਗੂ ਸੀ, ਉਹਨਾਂ ਦਿਨਾਂ 'ਚ ਉਹ ਪਾਰਟੀ ਵੀ ਇੱਕ ਬਹੁਤ ਵੱਡੀ ਸੀ, ਲੇਕਿਨ ਜੋ ਉਹਨਾਂ ਦੀ ਜਿਹੜੀ ਸੋਚ ਸੀ ਉਹ ਉਦੋਂ ਵੀ ਬਹੁਤ ਵੱਡੀ ਸੀ ਸਭ ਕਾਸੇ ਨਾਲੋਂ ਜੀ। ਮੈਂ ਉਹਨਾਂ ਦੇ ਸੰਪਰਕ 'ਚ ਆ ਕੇ ਮੈਂ ਉਹਨਾਂ ਤੋਂ ਪ੍ਰਭਾਵਿਤ ਹੋਇਆ। ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਰਾਜਨੀਤੀ ਵਿੱਚ ਆ ਜਾਓ। ਉਹਨਾਂ ਦਿਨਾਂ ਵਿੱਚ ਉਹਨਾਂ ਦੀਆਂ 4 ਸਟੇਟਾਂ ਦੇ ਵਿੱਚ ਸਰਕਾਰਾਂ ਸੀ। ਪੱਛਮੀ ਬੰਗਾਲ ਦੇ ਵਿੱਚ ਲਗਾਤਾਰ ਉਹਨਾਂ ਦੀ 25 ਸਾਲ ਸਰਕਾਰ ਰਹੀ ਜੀ। ਲੇਕਿਨ ਅਸੀਂ ਉਹਨਾਂ ਨੂੰ ਪਾਪਾ ਜੀ ਕਹਿੰਦੇ ਸੀ। ਮੈਂ ਕਿਹਾ ਜੀ ਨਹੀਂ ਪਾਪਾ ਜੀ, ਮੈਨੂੰ ਇਹ ਸੂਟ ਨਹੀਂ ਕਰਦਾ। ਅਲਟੀਮੇਟਲੀ ਵੀ ਮੈਂ ਤੁਹਾਡੀ ਮਦਦ ਨਾਲ ਪਿੱਛੇ ਆਪਣੇ ਭੈਣ ਭਰਾਵਾਂ ਦੀ, ਲੋਕਾਂ ਦੀ ਮਦਦ ਕਰਦਾ, ਮੈਨੂੰ ਉਹ ਬਹੁਤ ਚੰਗੀ ਲੱਗਦੀ ਹੈ ਜੀ। ਉਸੇ ਦੌਰਾਨ ਹੀ ਮਾਨਯੋਗ ਸਰਦਾਰ ਬਲਵੰਤ ਸਿੰਘ ਜੀ ਰਾਮੂਵਾਲੀਆ ਸਾਹਿਬ, ਉਹ ਵੀ ਉਹਨਾਂ ਦੀ ਇੱਕ ਟੀਮ ਦਾ ਹਿੱਸਾ ਸੀ। ਸਾਡੇ ਸਾਰਿਆਂ ਦੇ ਰਿਲੇਸ਼ਨ ਹੋ ਗਏ। ਤਾਂ ਉਸੇ ਵਿੱਚੋਂ ਇੱਕ ਗੱਲ ਨਿਕਲੀ ਕਿ ਆਪਾਂ ਇੱਕ ਲੋਕ ਮੰਚ ਬਣਾਈਏ ਜਿਹੜਾ ਲੋਕਾਂ ਦੀ ਮਦਦ ਕਰ ਸਕੇ, ਜਾਇਜ਼ ਲੋਕਾਂ ਦੀ ਮਦਦ ਕਰ ਸਕੇ। ਉਦੋਂ ਇੱਕ ਪੰਜਾਬੀ ਭਲਾਈ ਮੰਚ ਬਣਾਇਆ। ਉਦੋਂ ਮਾਨਯੋਗ ਸਰਜੀਤ ਸਾਹਿਬ ਦੇ ਕਹਿਣ 'ਤੇ ਰਾਮੂਵਾਲੀਆ ਸਾਹਿਬ ਸਾਡੇ ਪ੍ਰਧਾਨ ਬਣੇ, ਅਤੇ ਉਹ ਪੰਜਾਬੀ ਭਲਾਈ ਮੰਚ ਨੇ 3-4 ਸਾਲ ਕੰਮ ਕੀਤਾ, 1996 ਤੋਂ ਲਗਭਗ 2000 ਤੱਕ ਜੀ। ਲੇਕਿਨ ਉਸੇ ਦੀ ਕੜੀ ਵਿੱਚੋਂ ਜਿਵੇਂ ਆਪਾਂ ਕਹਿੰਦੇ ਕਿ ਬਹਾਨ ਇੱਧਰ ਨੂੰ ਜਾਂਦਾ ਇੱਧਰ ਨੂੰ ਮੁੜ ਪਿਆ, ਉਹ ਬਹਾਨ ਇੱਕ ਮੁੜ ਪਿਆ ਅਤੇ ਕਹਿੰਦੇ ਨਹੀਂ ਜੀ ਹੁਣ ਇਹ ਮੰਚ ਤੋਂ ਇੱਕ ਪਾਰਟੀ ਬਣਾਉਣੀ ਹੈ। ਅਤੇ ਉਸ ਦੌਰਾਨ ਬਾਹਰ ਨਿਕਲਣਾ ਵੀ ਬਹੁਤ ਔਖਾ ਸੀ, ਉਹਦੇ ਵਿੱਚ ਰਹਿਣਾ ਵੀ ਬਹੁਤ ਔਖਾ ਸੀ, ਲੇਕਿਨ ਸਿਧਾਂਤ ਇਸ ਤਰ੍ਹਾਂ ਦੇ ਲੈ ਕੇ ਆਂਦੇ ਗਏ ਕਿ ਆਪਾਂ ਇੱਥੇ ਵੀ ਲੋਕ ਸੇਵਾ ਹੀ ਕਰਾਂਗੇ। ਬਿਲਕੁਲ। ਸ਼ੁਰੂ ਦੇ ਵਿੱਚ ਉਹ ਲੋਕ ਸੇਵਾ ਦਾ ਹੀ ਪ੍ਰਤੀਕ ਰਹੇ, ਬਹੁਤ ਮਿਹਨਤ ਕੀਤੀ, ਠੀਕ ਲੋਕਾਂ ਨਾਲ ਖੜ੍ਹਨ ਦੀ, ਗਲਤ ਬੰਦਿਆਂ ਦਾ ਵਿਰੋਧ ਕਰਨ ਦੀ। ਖਾਸ ਕਰਕੇ ਉਹਨਾਂ ਵੇਲੇ ਜਿਹੜੇ ਵਿਦੇਸ਼ਾਂ ਤੋਂ ਸਾਡੇ ਭੈਣ ਭਰਾ ਇੱਧਰ ਆਉਂਦੇ ਸੀ ਜਾਂ ਇੱਧਰ ਉੱਧਰ ਜਾਂਦੇ ਸੀ, ਉਹਨਾਂ ਦੀ ਵੀ ਬਹੁਤ ਵੱਡੀ ਲੁੱਟ ਹੁੰਦੀ ਸੀ। ਦਿੱਲੀ ਵਿੱਚ ਦਿੱਲੀ ਪੁਲਿਸ ਵੱਲੋਂ ਆਪਣੇ ਇੱਥੋਂ ਟੈਕਸੀ ਡਰਾਈਵਰਾਂ ਦੀ ਬਹੁਤ ਵੱਡੀ ਲੁੱਟ ਹੁੰਦੀ ਸੀ। ਉਹਨੂੰ ਰੋਕਣ ਲਈ, ਉਹਨੂੰ ਬੰਦ ਕਰਾਉਣ ਲਈ ਲੋਕ ਭਲਾਈ ਪਾਰਟੀ ਨੇ ਬਹੁਤ ਵੱਡਾ ਕੰਮ ਕੀਤਾ। ਉਸ ਤੋਂ ਬਾਅਦ ਜਿਹੜੇ ਵਿਆਹ ਕੇ ਛੱਡੀਆਂ ਹੋਈਆਂ ਲੜਕੀਆਂ ਜੀ, ਨਜਾਇਜ਼ ਤੌਰ 'ਤੇ, ਕੁਛ ਤਾਂ ਸੀ ਨਾ ਵੀ ਕਿਤੇ ਤਾਂ ਦੋਨੋਂ ਪੱਖਾਂ ਦਾ ਹੀ ਫਾਲਟ ਹੁੰਦਾ, ਉਹ ਇੱਕ ਡਿਫਰੈਂਟ ਗੱਲ ਹੈ। ਕਈ ਵਾਰੀ ਲੜਕੀ ਦਾ ਕਸੂਰ ਘੱਟ ਹੁੰਦਾ ਅਤੇ ਲੇਕਿਨ ਉਹਨੂੰ ਘਰੋਂ ਬਾਹਰ ਕੱਢ ਦਿੱਤਾ ਜਾਂਦਾ, ਖਾਸ ਕਰ ਉਹਨਾਂ ਟਾਈਮਾਂ 'ਚ, ਖਾਸ ਕਰਕੇ ਉਹਨਾਂ ਟਾਈਮਾਂ ਵਿੱਚ। ਉਸ ਵੇਲੇ ਅਸੀਂ ਉਸ ਮਦਦ ਦੇ ਵਿੱਚ ਵੀ ਬਹੁਤ ਮਦਦਗਾਰ ਰਹੇ, ਲੇਕਿਨ ਉਹਦੇ ਵਿੱਚੋਂ ਲਿਬਾਸ 'ਚ ਕੁਝ ਅਜਿਹੀਆਂ ਗੱਲਾਂ ਨਿਕਲਣ ਲੱਗੀਆਂ ਜਿਹੜੀਆਂ ਘੱਟੋ ਘੱਟ ਮੈਨੂੰ ਤਾਂ ਸੂਟ ਨਹੀਂ ਸੀ ਕਰਦੀਆਂ, ਮੈਨੂੰ ਚੰਗੀਆਂ ਵੀ ਨਹੀਂ ਸੀ ਲੱਗਦੀਆਂ। ਲੇਕਿਨ ਮੈਂ ਇੱਕ ਗੱਲ ਜ਼ਰੂਰ ਮਹਿਸੂਸ ਕੀਤੀ ਵੀ ਇਹ ਪਲੇਟਫਾਰਮ ਨੇ, ਉੱਥੋਂ ਸਿੱਖਿਆ ਬਹੁਤ ਕੁਛ। ਉਸ ਪਾਰਟੀ ਦੇ ਵਿੱਚ ਜਿਹੜਾ ਰਾਜਨੀਤੀ ਬਾਰੇ ਸਿੱਖਣਾ ਚਾਹੀਦਾ ਸੀ, ਬਹੁਤ ਕੁਛ ਸਿੱਖਿਆ। ਇਹ ਵੱਖਰੀ ਗੱਲ ਕਿ ਮੈਂ 1982-83 ਦੇ ਵਿੱਚ ਮਹਾਭਾਰਤ ਵੀ ਪੜ੍ਹਿਆ, ਜੋ ਬਹੁਤ ਹੀ ਵਿਦਵਾਨ ਚਾਣਕਿਆ ਨੀਤੀ ਜੀ ਬਾਰੇ ਪੜ੍ਹਿਆ। ਉਹਨਾਂ ਨੇ ਉਦੋਂ ਵੀ ਲਿਖਿਆ ਸੀ ਕਿ ਜਿਹੜੀ ਰਾਜਨੀਤਿਕ ਪ੍ਰਾਪਤੀ ਹੈ ਇਹ ਛਲ ਕਪਟ ਬਿਨਾਂ ਹੋ ਨਹੀਂ ਸਕਦੀ। ਛਲ ਕਪਟ ਇੱਕ ਬਹੁਤ ਮਾੜਾ ਲਫ਼ਜ਼ ਹੈ, ਲੇਕਿਨ ਪਰ ਸਾਰਾ ਕੁਛ ਇਹ ਵੀ ਨਹੀਂ, ਬਹੁਤ ਬੰਦੇ ਬਿਨਾਂ ਛਲ ਕਪਟ ਤੋਂ ਵੀ ਸਫਲ ਹੋ ਸਕਦੇ ਨੇ, ਪਰ ਜ਼ਿਆਦਾਤਰ ਲੋਕ ਛਲ ਕਪਟ ਨਾਲ ਹੀ ਇਸ ਸਿਸਟਮ ਦੇ ਵਿੱਚ ਸਫਲ ਹੁੰਦੇ ਨੇ।
ਉਹ ਗੱਲਾਂ ਵੀ ਨਾਲ ਯਾਦ ਆਉਣ ਲੱਗੀਆਂ ਤੇ ਇਧਰ ਪਿਕਚਰ ਵੀ ਦਿਖਣ ਲੱਗੀ ਸਾਰਾ ਕੁਝ। ਫਿਰ ਇਸ ਕਰਕੇ ਲੋਕ ਭਲਾਈ ਪਾਰਟੀ ਛੱਡਤੀ। ਤੁਸੀਂ ਜਿਹੜਾ ਮੈਨੂੰ ਪੁੱਛਿਆ ਸੀ ਵੀ ਕਿਵੇਂ ਆਏ, ਦੇਖੋ ਆਉਣ ਦਾ ਕਾਰਨ ਤਾਂ ਕਾਹ ਸੀ। ਪੰਜਾਬੀ ਪਹਿਲਾਂ ਸੋਸ਼ਲ ਸੇਵਾ, ਉਸ ਤੋਂ ਬਾਅਦ ਪੰਜਾਬੀ ਭਲਾਈ ਮੰਚ, ਪੰਜਾਬੀ ਭਲਾਈ ਤੋਂ ਬਾਅਦ ਉਸ ਦਾ ਹੀ ਨਾਂ ਬਦਲ ਗਿਆ, ਲੋਕ ਭਲਾਈ ਪਾਰਟੀ ਬਣ ਗਿਆ। ਲੋਕ ਭਲਾਈ ਪਾਰਟੀ ਤਾਂ ਛੱਡਤੀ, ਤੁਹਾਨੂੰ ਇਹ ਵੀ ਲੱਗਿਆ ਵੀ ਇਹ ਛਲ ਕਪਟ ਤੋਂ ਬਗੈਰ ਰਾਜਨੀਤੀ ਨਹੀਂ ਕੀਤੀ ਜਾ ਸਕਦੀ, ਪਰ ਨਾਲ ਦੀ ਨਾਲ ਹੀ ਤੁਸੀਂ ਐਂਟਰੀ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ 'ਚ ਕਰ ਲਈ। ਹਾਂ ਬਿਲਕੁਲ ਕਰ ਲਈ। ਉਹ ਵੀ ਦੇਖੋ ਇੱਕ ਬਹੁਤ ਵੱਡੀ ਮਜਬੂਰੀ ਬਣ ਗਈ। ਜਿਹੜੇ ਸੱਜਣ ਹੁੰਦੇ ਨੇ, ਰਿਸ਼ਤੇਦਾਰ ਹੁੰਦੇ ਨੇ, ਭੈਣ ਭਰਾ, ਖੱਬੀਆਂ ਸੱਜੀਆਂ ਬਾਹਾਂ ਹੁੰਦੀਆਂ ਨੇ ਜਿਹੜੀਆਂ, ਉਹਨਾਂ ਦਾ ਵੀ ਕੁਝ ਨਾ ਕੁਝ ਇਹਨਾਂ ਗੱਲਾਂ ਤੇ ਅਟਕਿਆ ਹੁੰਦਾ ਜੀ। ਸੰਤ ਜਗਜੀਤ ਸਿੰਘ ਲੋਪੋ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਸਭ ਤੋਂ ਵੱਡੀ ਸੇਵਾ ਹੈ ਵੀ ਤੁਸੀਂ ਗੁਰਦੁਆਰਾ ਸਾਹਿਬ ਦੇ ਗੇਟ ਤੇ ਬੈਠ ਕੇ ਜੁੱਤੀਆਂ ਸਾਫ਼ ਕਰੋ। ਬਿਲਕੁਲ। ਬਾਕੀ ਬਹੁਤ ਵੱਡੀ ਸੇਵਾ ਤੇ ਉਹਨਾਂ ਦੀ ਬਹੁਤ ਵਧੀਆ ਹੈ ਗੱਲ ਮੈਨੂੰ ਲੱਗੀ, ਪਰੰਤੂ ਨਾਲ ਦੀ ਨਾਲ ਉਹ ਇਹ ਕਹਿੰਦੇ ਨੇ ਵੀ ਇਹ ਸੇਵਾ ਸਿਰਫ ਨਿੱਜ ਲਈ ਹੈ। ਜੁੱਤੀਆਂ ਸਾਫ਼ ਕਰਕੇ ਤੁਸੀਂ ਆਪ ਦਾ ਭਲਾ ਸੋਚ ਸਕਦੇ ਹੋ ਤੇ ਆਪ ਦਾ ਭਲਾ ਅਕਾਲ ਪੁਰਖ ਤੋਂ ਮੰਗ ਸਕਦੇ ਹੋ, ਲੇਕਿਨ ਜਿਹੜੀ ਲੋਕ ਭਲਾਈ ਪਾਰਟੀ ਆ ਉਹ ਇਸ ਸਿਸਟਮ ਦੇ ਵਿੱਚ ਰਹੇ ਤੋਂ ਬਿਨਾਂ ਹੋ ਨਹੀਂ ਸਕਦੀ। ਉਦੋਂ ਉਹ ਵੀ ਇੱਕ ਗੱਲ ਲੱਗੀ ਕਿ ਬਹੁਤ ਵੱਡਾ ਜਿਹੜਾ ਰੁਝਾਨ ਨਾਲ ਖੜਾ ਸੀ ਜਾਂ ਖੜਾ ਹੈ, ਉਹਨਾਂ ਦੀ ਮਦਦ ਕਰਨ ਦੇ ਲਈ ਕਿਸੇ ਨਾ ਕਿਸੇ ਫਿਰ ਪਲੇਟਫਾਰਮ ਦੀ ਜ਼ਰੂਰਤ ਸੀ, ਤਾਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਨਾ ਪਿਆ। ਸ਼੍ਰੋਮਣੀ ਅਕਾਲੀ ਦਲ ਦੀ ਜਿਉਂ ਹੀ ਸੱਤਾ ਖਤਮ ਹੋਈ ਤੇ ਭੋਲਾ ਸਿੰਘ ਵਿਰਕ ਨੇ, ਭਾਵੇਂ ਇਸ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਇਹਨਾਂ ਨੂੰ ਇੱਕ ਪੁੱਤਰਾ ਵਾਂਗ ਪਿਆਰ ਕਰਦੇ ਸੀ ਤੇ ਕਾਂਗਰਸ 'ਚ ਰਲੇਵਾਂ ਕੀਤਾ। ਕਾਂਗਰਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੰਯੁਕਤ 'ਚ ਫਿਰ ਥੋੜ੍ਹਾ ਜਿਹਾ ਦੌਰ ਆਇਆ 19 ਤੋਂ ਪਹਿਲਾਂ, ਜਦੋਂ ਪੰਜਾਬ ਏਕਤਾ ਪਾਰਟੀ ਪੰਜਾਬ 'ਚ ਆਈ ਤਾਂ ਭੋਲਾ ਸਿੰਘ ਵਿਰਕ ਨੇ ਪੰਜਾਬ ਏਕਤਾ ਪਾਰਟੀ ਚਲੇ ਗਏ। ਪੰਜਾਬ ਏਕਤਾ ਪਾਰਟੀ ਤੋਂ ਬਾਅਦ ਕਿਤੇ ਨਾ ਕਿਤੇ ਕਿਸਾਨ ਮੋਰਚੇ ਦੇ ਨਾਲ ਵੀ ਭੋਲਾ ਜੀ ਦੇ ਬਹੁਤ ਵਧੀਆ ਸੰਬੰਧ ਨੇ। ਭੋਲਾ ਜੀ ਇਹੋ ਜਿਹਾ ਕਿਉਂ ਵੀ ਬਾਰ-ਬਾਰ ਪਾਰਟੀਆਂ ਬਦਲਣੀਆਂ ਪਈਆਂ? ਇਹ ਲੋਕਾਂ ਨੂੰ ਕਾਫੀ ਤੁਹਾਡੇ ਤੋਂ ਇੱਕ ਤੁਸੀਂ ਸੂਝਵਾਨ ਤੇ ਲੋਕਾਂ ਦੇ ਵਿੱਚ ਇਹ ਮਨ 'ਚ ਖੜਕਦੀ ਰਹਿੰਦੀ ਹੈ ਗੱਲ। ਬਹੁਤ ਵਧੀਆ ਸਵਾਲ ਹੈ, ਲੇਕਿਨ ਜਿੰਨੇ ਤੁਸੀਂ ਇਸ ਸਵਾਲ ਦੇ ਵਿੱਚ ਸਵਾਲ ਕੀਤੇ ਨੇ ਸਾਰਿਆਂ ਨੂੰ ਯਾਦ ਰੱਖਿਓ ਤੇ ਮੈਂ ਉਹਦੇ ਮੁਤਾਬਿਕ ਵੀ ਤੁਹਾਨੂੰ ਜਵਾਬ ਦਿੰਦਾ। ਪਹਿਲੀ ਗੱਲ ਤਾਂ ਜਿੱਥੋਂ ਤੱਕ ਤੁਸੀਂ ਮਾਨਯੋਗ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਦੀ ਗੱਲ ਕੀਤੀ ਕਿ ਉਹ ਤੁਹਾਨੂੰ ਪੁੱਤਰਾਂ ਵਾਂਗੂ ਸਮਝਦੇ ਸੀ, ਨਹੀਂ ਉਹ ਹੈ ਵੀ ਜੀ ਪੁੱਤਰਾਂ ਵਾਂਗੂ ਸਮਝਦੇ ਨਹੀਂ ਸੀ, ਉਹ ਮੈਨੂੰ ਪੁੱਤਰਾਂ ਵਾਂਗ ਅੱਜ ਵੀ ਸਮਝਦੇ ਹੈ। ਮੇਰਾ ਉਹਨਾਂ ਨਾਲ ਇੱਕ ਬਹੁਤ ਨੇੜੇ ਦਾ ਰਿਸ਼ਤਾ ਹੈ, ਸੱਚੀ ਮੁੱਚੀ ਇੱਕ ਪਿਓ ਪੁੱਤ ਵਾਲਾ ਸਾਡਾ ਇੱਕ ਨਾਤਾ, ਉਹ ਉਵੇਂ ਹੀ ਰਹੂਗਾ। ਦੂਸਰੀ ਗੱਲ ਜਿਹੜੀ ਮੈਂ ਹੁਣ ਆਪਦੀ ਨਿੱਜ ਦੀ ਗੱਲ ਦੱਸਣ ਲੱਗਿਆ ਕਿ ਮੇਰੇ ਕਿਸੇ ਅਜਿਹੇ ਮਨੁੱਖ ਨਾਲ ਕੋਈ ਸੰਬੰਧ ਅੱਛੇ ਨਹੀਂ ਸੀ ਜਿਹੜਾ ਰਾਜਨੀਤੀ ਤਾਕਤ ਰੱਖਦਾ ਸੀ ਜੀ। ਮੈਂ ਇੰਡੀਵਿਜੂਅਲ ਤੌਰ 'ਤੇ ਉਹਦੇ ਨਾਲ ਲੜਨ ਦੇ ਸਮਰੱਥ ਸੀ, ਪਰੰਤੂ ਮੈਂ ਸਰਕਾਰ ਦੇ ਨਾਲ ਲੜਨ ਦੇ ਸਮਰੱਥ ਨਹੀਂ ਸੀ। ਸਰਕਾਰ ਨਾਲ ਕੋਈ ਬੰਦਾ ਲੜ ਨਹੀਂ ਸਕਦਾ, ਜੇ ਲੜ ਸਕਦਾ ਤਾਂ ਔਖੀ ਗੱਲ ਹੈ। ਮੈਂ ਉਸ ਦੇ ਸਮਰੱਥ ਨਹੀਂ ਸੀ ਵੀ ਮੈਂ ਸਰਕਾਰ ਨਾਲ ਵੀ ਲੜਾਂ। ਉਹ ਬੰਦਾ ਜਦੋਂ ਸਰਕਾਰ ਦੇ ਵਿੱਚ ਆਪਦੀ ਪਹੁੰਚ ਰੱਖਦਾ ਸੀ ਤਾਂ ਮੈਨੂੰ ਉਹ ਬਰਾਬਰ ਦੀ ਪਹੁੰਚ ਹਾਸਲ ਕਰਨ ਦੇ ਲਈ ਮੈਨੂੰ ਉਸ ਰਾਜਨੀਤੀ ਦੇ ਵਿੱਚ ਆਉਣਾ ਪਿਆ ਤੇ ਉਸ ਗੱਲ ਦਾ ਮੈਨੂੰ ਫਾਇਦਾ ਵੀ ਹੋਇਆ ਤੇ ਮੈਂ ਉਸ ਗੱਲ ਨਾਲ ਜਿੱਤਿਆ ਵੀ। ਉਸ ਗੱਲ ਨੂੰ ਮੈਂ ਉਸ ਲੜਾਈ ਨੂੰ ਜਿੱਤਿਆ ਆਪਦੇ ਢੰਗ ਨਾਲ, ਰਾਜਨੀਤਿਕ ਢੰਗ ਨਾਲ ਮੈਂ ਜਿੱਤਿਆ। ਉਸ ਤੋਂ ਬਾਅਦ ਰਹੀ ਗੱਲ ਜਦੋਂ ਮੇਰੀ ਉਹ ਲੜਾਈ ਖਤਮ ਹੋ ਗਈ ਜੀ, ਮੈਂ ਆਪਦੇ ਢਿੱਡ ਦੀ ਗੱਲ ਦੱਸਦਾ ਲਵਾਜ ਜੀ, ਮੈਂ ਕੋਈ ਰਾਜਨੀਤਿਕ ਨਹੀਂ, ਲੋਕ ਰਾਜਨੀਤਿਕ ਗੱਲਾਂ ਕਰਦੇ ਨੇ ਤੇ ਜਦੋਂ ਮੈਨੂੰ ਉਹ ਪ੍ਰੋਬਲਮ ਮੇਰੀ ਦੂਰ ਹੋ ਗਈ, ਉਹ ਕੁਦਰਤ ਨੇ ਕਰਤੀ ਜਾਂ ਭਗਵਾਨ ਨੇ ਜਿਵੇਂ ਮਰਜ਼ੀ ਕਰਤੀ, ਤੇ ਉਸ ਤੋਂ ਬਾਅਦ ਮੈਂ ਰਾਜਨੀਤੀ ਛੱਡ ਦਿੱਤੀ। ਉਸ ਤੋਂ ਬਾਅਦ ਮੈਂ ਕੋਈ ਪਾਰਟੀ ਜੁਆਇਨ ਨਹੀਂ ਕੀਤੀ, ਮੈਂ ਨਾਲ ਦੀ ਨਾਲ ਹੀ ਅਕਾਲੀ ਦਲ ਛੱਡ ਦਿੱਤਾ ਸੀ ਕਿਉਂਕਿ ਉਹ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਗੱਲਾਂ ਦੱਸ ਕੇ ਹਟਾਂ ਜਿੱਥੇ ਮੇਰਾ ਨਿੱਜ ਸਵਾਰਥ ਸੀ ਉਹਦੀ ਪੂਰਤੀ ਹੋ ਗਈ। ਲੇਕਿਨ ਉਸ ਤੋਂ ਬਾਅਦ ਜਿਹੜੀ ਕਾਂਗਰਸ ਦੀ ਗੱਲ ਹੈ, ਮੈਂ ਹਮੇਸ਼ਾ ਹੀ ਬੰਦੇ ਦੇ ਤੌਰ 'ਤੇ ਬੰਦੇ ਦੀ ਮਦਦ ਕੀਤੀ ਆ ਜੀ। ਮੈਂ ਪਾਰਟੀਆਂ, ਦੇਖੋ ਕੋਈ ਪਾਰਟੀ ਚੰਗੀ ਨਹੀਂ ਹੁੰਦੀ, ਕੋਈ ਪਾਰਟੀ ਮਾੜੀ ਨਹੀਂ ਹੁੰਦੀ। ਪਾਰਟੀਆਂ ਵਿੱਚ ਮਾੜੇ ਬੰਦੇ ਆ ਕੇ ਪਾਰਟੀਆਂ ਨੂੰ ਮਾੜਾ ਬਣਾ ਦਿੰਦੇ ਨੇ, ਚੰਗੇ ਬੰਦੇ ਆ ਕੇ ਪਾਰਟੀਆਂ ਨੂੰ ਚੰਗਾ ਬਣਾ ਦਿੰਦੇ ਨੇ। ਮਾਨਯੋਗ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਜਿੱਥੇ ਮਰਜ਼ੀ ਰਹਿਣ, ਮੈਂ ਉਹਨਾਂ ਦਾ ਸਮਰਥਕ ਹਾਂ ਜੀ। ਰਹੀ ਅਕਾਲੀ ਦਲ ਦੀ ਗੱਲ, ਤੁਸੀਂ ਜਿਹੜੀ ਮੈਨੂੰ ਹੋਰ ਕਿਸੇ ਢੰਗ ਨਾਲ ਪੁੱਛਣਾ ਚਾਹੁੰਦੇ ਹੋ, ਮੈਂ ਮਾਨਯੋਗ ਸਰਦਾਰ ਦਰਬਾਰਾ ਸਿੰਘ ਗੁਰੂ ਜੀ ਦੀ ਮਦਦ ਕੀਤੀ, ਮੈਂ ਮਿਹਨਤ ਕੀਤੀ 2012 'ਚ। ਉਹ ਇਸ ਕਰਕੇ ਵੀ ਯਾਰ ਇੱਕ ਉਹ ਬਹੁਤ ਸੂਝਵਾਨ ਇਨਸਾਨ ਸੀ, ਬਹੁਤ ਲੰਬਾ ਅਤੇ ਵੱਡਾ ਉਹਨਾਂ ਦਾ ਐਕਸਪੀਰੀਅੰਸ ਸੀ, ਲੇਕਿਨ ਮਾਨਯੋਗ ਬਾਦਲ ਸਾਹਿਬ ਦੇ ਨੇੜੇ ਰਹਿਣਾ, ਉਹੋ ਜਿਹੀਆਂ ਸ਼ਖਸੀਅਤਾਂ ਦੇ ਨੇੜੇ ਰਹਿਣਾ, ਇੱਕ ਪ੍ਰਬੰਧ ਨੂੰ ਚਲਾਉਣ ਦੇ ਵਿੱਚ ਉਹਨਾਂ ਦਾ ਬਹੁਤ ਮੇਨ ਰੋਲ ਰਿਹਾ। ਅਤੇ ਮੈਨੂੰ ਇਹ ਸੀ ਵੀ ਯਾਰ ਜੇ ਇਹ ਬੰਦੇ ਸਾਡੇ ਇੱਥੇ ਇਹੋ ਜਿਹੇ ਇਲਾਕਿਆਂ 'ਚ ਆਉਣ ਤਾਂ ਇੱਥੇ ਬਹੁਤ ਵੱਡਾ ਸੁਧਾਰ ਹੋ ਸਕਦਾ। ਬਿਲਕੁਲ। ਮੈਂ ਅੱਜ ਵੀ ਤੁਹਾਨੂੰ ਦਾਅਵੇ ਨਾਲ ਕਹਿਣਾ ਵੀ ਉਹਨਾਂ ਨੂੰ ਤਾਂ ਕਿਤੇ ਕੋਈ ਗਿਲਾ ਜੇ ਹੋਵੇਗਾ ਨਾ ਤਾਂ ਉਹ ਝੂਠਾ ਹੋਵੇਗਾ। ਮੈਂ ਐਨ ਕਚਹਿਰੀ 'ਚ ਕਹਿਣਾ, ਮੈਂ ਇੱਕ ਠੀਕ ਸਿਆਣੇ ਸੀਰੀ ਵਾਂਗੂ ਹਮੇਸ਼ਾ ਠੀਕ ਬੀ ਪਾਇਆ ਅਤੇ ਸਿੱਧੇ ਓਰੇ ਰੱਖੇ ਨੇ। ਸੋ ਇਸ ਲਈ ਜੇ ਕੋਈ ਫੇਰ ਵੀ ਉਸ ਗੱਲ ਲਈ ਮਾਲਕ ਕਿਤੇ ਘੂਰਦਾ ਜਾਂ ਵੱਡਾ ਤੁਹਾਨੂੰ ਘੂਰਦਾ ਤਾਂ ਉਹਨੂੰ ਹੀ ਸੋਚਣ ਦਾ ਉਹਦੇ ਵਿਸ਼ਾ। ਮੈਨੂੰ ਕਦੇ ਇਸ ਗੱਲ ਦੀ ਚਿੰਤਾ ਨਹੀਂ ਹੋਈ
ਤੇ ਮੈਂ ਯਕੀਨ ਦਿਵਾਉਣਾ ਕਿ ਮੇਰੇ ਸਾਹਮਣੇ ਬੈਠ ਕੇ ਮੈਨੂੰ ਕਿ ਇੱਕ ਰੱਤੀ ਭਰ ਦੀ ਵੀ ਕੋਈ ਗੱਲ ਨਹੀਂ ਕਹਿ ਸਕਦਾ। ਚਾਹੇ ਮੈਂ ਮਾਨਯੋਗ ਸਰਦਾਰ ਬਲਵੰਤ ਸਿੰਘ ਜੀ ਰਾਮੋਲੇ ਸਾਹਿਬ ਦੀ ਪਾਰਟੀ 'ਚ ਕੰਮ ਕੀਤਾ, ਚਾਹੇ ਮੈਂ ਸ਼੍ਰੋਮਣੀ ਅਕਾਲੀ ਦਲ 'ਚ ਕੰਮ ਕੀਤਾ, ਚਾਹੇ ਮੈਂ ਸਰਦਾਰ ਦਰਬਾਰਾ ਸਿੰਘ ਗੁਰੂ ਜੀ ਦੇ ਨਾਲ ਲੱਗ ਕੇ ਬਹੁਤ ਕੰਮ ਕੀਤਾ, ਲੇਕਿਨ ਮੈਂ ਯਕੀਨ ਦਿਵਾਉਣਾ ਕਿ ਕਦੇ ਵੀ ਬਿਠਾ ਕੇ ਮੇਰੀ ਗੈਰ ਹਾਜ਼ਰੀ 'ਚ ਵੀ ਕਦੇ ਕੋਈ ਗੱਲ ਪੁੱਛ ਲਿਓ ਤਾਂ ਰਲ ਗਏ। ਮੈਨੂੰ ਲੱਗਦਾ ਵੀ 2011 ਦੀਆਂ ਸਤੰਬਰ ਦੀਆਂ SGPC ਚੋਣਾਂ 'ਚ ਤੁਸੀਂ ਜਥੇਦਾਰ ਬਲਦੇਵ ਸਿੰਘ ਚੁੰਘਾਂ ਦੀ ਅਗਵਾਈ ਕੀਤੀ ਤੇ ਅਕਾਲੀ ਦਲ ਦੀ ਅਗਵਾਈ ਕੀਤੀ। ਉਦੋਂ 7000 ਤੇ ਚੁੰਘਾਂ ਜਿੱਤ ਗਿਆ, ਤੇ ਜਦੋਂ ਦਰਬਾਰਾ ਸਿੰਘ ਗੁਰੂ ਦੀ ਚੋਣ ਆਈ ਉਦੋਂ 6969 ਵੋਟਾਂ ਨਾਲ ਦਰਬਾਰਾ ਸਿੰਘ ਗੁਰੂ ਜਨਾਬ ਮੁਹੰਮਦ ਸਦੀਕ ਤੋਂ ਹਾਰ ਗਿਆ। ਉਹਨਾਂ ਨੂੰ ਮਲਾਲ ਹੋਇਆ ਵੀ 14000 ਵੋਟ ਕਿਸ ਕਾਰਨ ਘਟ ਗਈ ਹਲਕੇ ਦੇ ਵਿੱਚੋਂ। ਆ ਦੇਖੋ, ਇਹ ਸਰ ਡਿਪੈਂਡ ਕਰਦਾ ਕਿਸਮਤ ਤੇ ਵੀ, ਡਿਪੈਂਡ ਕਰਦਾ ਕੈਂਡੀਡੇਟ ਤੇ ਵੀ। ਜੇ ਤਾਂ ਕੋਈ ਸਾਡੀ ਗੱਲ 'ਚ ਤੁਹਾਨੂੰ ਕਿਤੇ ਕੋਈ ਕਮੀ ਲੱਗਦੀ ਉਹ ਤਾਂ ਸਾਨੂੰ ਕਹੋ, ਸਾਡੀ ਝੋਲੀ ਪਾਵੋ ਤੇ ਅਸੀਂ ਮੰਨਾਂਗੇ ਵੀ, ਸੁਣਾਂਗੇ ਵੀ। ਲੇਕਿਨ ਜਿਸ ਤਰ੍ਹਾਂ ਕੰਮ ਸਰਦਾਰ ਬਲਦੇਵ ਸਿੰਘ ਚੁੰਘਾਂ ਲਈ ਕੀਤਾ, ਉਦੋਂ ਵੀ ਵੱਧ ਕੇ ਕੰਮ ਸਰਦਾਰ ਦਰਬਾਰਾ ਸਿੰਘ ਗੁਰੂ ਲਈ ਕੀਤਾ। ਲੇਕਿਨ ਮੈਂ ਓਪਨ ਚੈਲੰਜ ਆ ਮੇਰਾ, ਕੈਮਰੇ ਤੇ ਦੁਨੀਆ ਵੇਖਦੀ ਆ, ਕਦੇ ਮਤਲਬ ਚੈੱਕ ਕਰਾ ਕੇ ਦੇਖ ਲਓ, ਕਦੇ ਕੋਈ ਬਹਿਸ ਕਰਕੇ ਦੇਖ ਲਓ, ਕਦੇ ਕੋਈ ਡਿਸਕਸ ਕਰਕੇ ਦੇਖ ਲਓ, ਜਾਂ ਤੁਸੀਂ ਵੀ ਬਹੁਤ ਵੱਡੀ ਅੱਖ ਹੁੰਦੇ ਹੋ ਤੇ ਤੁਸੀਂ ਵੀ ਮੈਨੂੰ ਦੱਸ ਦਿਓ। ਤੁਸੀਂ ਤਾਂ ਉਹਨਾਂ ਦਿਨਾਂ 'ਚ ਵੀ ਮੋਢੀ ਰਹੇ ਹੋ, ਬਹੁਤ ਤੁਸੀਂ ਰਾਜਨੀਤਿਕ ਸੋਚ ਅਪਰੋਚ ਵੀ ਰੱਖਦੇ ਹੋ, ਤੇ ਮੈਨੂੰ ਤੁਸੀਂ ਵੀ ਸੋਚ ਕੇ ਦੱਸ ਦਿਓ, ਮੈਂ ਜਵਾਬ ਦੇਵਾਂਗਾ ਇੱਥੇ ਜੇ ਕੋਈ ਤੁਹਾਨੂੰ ਪੈਸੇ ਭਰਦੀ ਵੀ ਕਿਤੇ ਕੋਈ ਗੱਲ ਲੱਗਦੀ ਹੈ। ਰਾਜਨੀਤੀ 'ਚ ਜਿਹੜੀਆਂ ਖਾਮੀਆਂ ਹੁੰਦੀਆਂ ਨੇ ਹੈ ਨਾ, ਜਿਹੜੀਆਂ ਕਿ ਅਕਸਰ ਬੰਦਿਆਂ 'ਚ ਆ ਜਾਂਦੀਆਂ ਨੇ, ਤੁਸੀਂ ਕਿਸੇ ਨੂੰ ਟੱਚ ਤਾਂ ਕਰਕੇ ਵਿਖਾਓ, ਮੈਂ ਉਹਦਾ ਜਵਾਬ ਦੇਵਾਂਗਾ। ਸੋ ਅਗਲੀ ਗੱਲ ਜਿਹੜੀ ਤੁਸੀਂ ਕਿਹਾ ਵੀ ਫਿਰ ਦੁਬਾਰਾ ਕਾਂਗਰਸ ਵਿੱਚ ਆ ਗਏ, ਨਹੀਂ, ਮੈਂ ਫਿਰ ਦੁਬਾਰਾ ਕਹਿਣਾ ਕਿ ਲਫ਼ਜ਼ਾਂ ਦਾ ਹੇਰ ਫੇਰ ਹੋ ਜਾਂਦਾ। ਮੈਂ ਕਾਂਗਰਸ ਵਿੱਚ ਵੀ ਨਹੀਂ ਗਿਆ। ਮੈਂ ਜਦੋਂ ਅਕਾਲੀ ਦਲ ਛੱਡਤਾ ਸੀ ਤਾਂ ਮੈਂ ਉਦੋਂ ਬਾਅਦ ਮੈਂ ਆਪਦਾ ਘਰੇ ਬੈਠਾ ਸੀ, ਮੈਂ ਆਪਦਾ ਸੋਸ਼ਲ ਕੰਮ ਮੇਰਾ ਉਵੇਂ ਯਕੀਨ ਕੰਟੀਨਿਊ ਕਰਦਾ ਸੀ। ਤੇ ਉਵੇਂ ਯਕੀਨ ਜਿਹੜੀ ਮੈਂ ਗੱਲ ਸਰਦਾਰ ਦਰਬਾਰਾ ਸਿੰਘ ਗੁਰੂ ਦੀ ਕੀਤੀ, ਉਹੀ ਗੱਲ ਮੈਂ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਕਰਦਾ। ਕੇਵਲ ਸਿੰਘ ਢਿੱਲੋਂ ਵੀ ਇੱਕ ਸੱਚਾ ਸੁੱਚਾ ਅਮੀਰ ਵਧੀਆ ਮਨੁੱਖ ਹੈ, ਤੇ ਮੈਂ ਇਹਨਾਂ ਦੀ ਸਪੋਰਟ ਕਰਦਾ ਸੀ। ਤੇ ਇਹਨਾਂ ਨੇ ਮੈਨੂੰ ਕਿਹਾ ਵੀ ਭੋਲਾ ਸਿੰਘ, ਮਦਦ ਤੁਸੀਂ ਭਾਵੇਂ ਮੇਰੀ ਕਰਦੇ ਹੋ, ਪਰ ਤੁਸੀਂ ਜੇ ਇੱਕ ਵਾਰੀ ਮੇਰਾ ਕਰਕੇ ਕਾਂਗਰਸ ਦੇ ਵਿੱਚ ਜੁਆਇਨ ਕਰਕੇ ਮੇਰੀ ਮਦਦ ਕਰ ਦਿਓ ਤਾਂ ਮੈਨੂੰ ਚੰਗਾ ਲੱਗੇਗਾ। ਇਹ ਗੱਲ ਭਾਵੇਂ ਤੁਸੀਂ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਨੂੰ ਪੁੱਛ ਲਿਓ। ਐਸੇ ਦਫ਼ਤਰ 'ਚ ਜਿੱਥੇ ਆਪਾਂ ਬੈਠੇ ਹਾਂ, ਐਸੇ ਚੇਅਰ 'ਤੇ ਢਿੱਲੋਂ ਸਾਹਿਬ ਬੈਠੇ ਸੀ। ਸਰਦਾਰ ਨਾਜਰ ਸਿੰਘ ਮਾਨਸਾ ਜੀ MLA ਨੇ ਜਿਹੜੇ, ਉਹ ਇਸ ਗੱਲ ਦੇ ਗਵਾਹ ਨੇ, ਉਹ ਵੀ ਕੁਦਰਤੀ ਕੋਲੇ ਸੀ। ਤੇ ਉਹਨਾਂ ਨੇ, ਮੈਂ ਕਿਹਾ ਜੀ ਨੋ ਪ੍ਰੋਬਲਮ, ਜਿੱਥੇ ਤੁਹਾਡੀ ਮਦਦ ਦੀ ਗੱਲ ਆ ਮੈਂ ਕਿਵੇਂ ਕਰ ਸਕਦਾ, ਮੈਂ ਆਪਣੇ ਆਪ ਨੂੰ ਵੇਚ ਕੇ ਕਰ ਸਕਦਾ, ਮੈਂ ਆਪਣੇ ਆਪ ਨੂੰ ਕਿਰਾਏ 'ਤੇ ਧਰ ਕੇ ਕਰ ਸਕਦਾ, ਮੈਂ ਕਿਵੇਂ ਤੁਹਾਡੀ ਮਦਦ ਕਰ ਸਕਦਾ, ਮੈਂ ਉਵੇਂ ਤਿਆਰ ਹਾਂ। ਮੈਂ ਕੋਈ ਕੰਡੀਸ਼ਨਾਂ ਦੇ ਤਹਿਤ ਤੁਹਾਡੀ ਮਦਦ ਨਹੀਂ ਕਰਦਾ, ਮੈਨੂੰ ਤੁਸੀਂ ਦੱਸੋ ਤੁਹਾਨੂੰ ਮਦਦ ਮੇਰੀ ਕਿਵੇਂ ਚੰਗੀ ਲੱਗੇਗੀ। ਮੈਂ ਇਸ ਕਰਕੇ ਉਸੇ ਦਿਨ ਹੀ ਕਾਂਗਰਸ ਜੁਆਇਨ ਕੀਤਾ। ਉਹ ਵਿਚਾਰੇ ਹਾਰ ਗਏ। ਮੈਂ ਹਾਰਨ ਤੋਂ ਬਾਅਦ ਫੇਰ ਕਹਤਾ ਵੀ ਮੇਰੀ ਕੋਈ ਪਾਰਟੀ ਨਹੀਂ। ਤੇ ਮੈਂ ਤਾਂ ਪ੍ਰੈਸ ਕਾਨਫਰੰਸ ਕਰਕੇ ਲੰਮੀਆਂ ਚੌੜੀਆਂ ਤਕਰੀਰਾਂ 'ਚ ਕਿਹਾ ਵੀ ਅੱਜ ਤੋਂ ਬਾਅਦ ਮੇਰੀ ਕੋਈ ਪਾਰਟੀ ਨਹੀਂ, ਮੈਂ ਕਿਸੇ ਪਾਰਟੀ ਵਿੱਚ ਨਹੀਂ। ਜਿਹੜੀ ਜੇ ਮੈਂ ਪਾਰਟੀ ਵਿੱਚ ਹਾਂ ਜਾਂ ਹੋਊਂਗਾ, ਜਿਹੜੀ ਮੈਂ ਦੱਸੀ, ਮੈਂ ਤਾਂ ਆਪਦੇ ਭਰਾਵਾਂ ਕਰਕੇ, ਭਰਾ ਜਿਹੜਾ ਮੇਰੀ ਸੰਗਤ ਹੈ, ਮੇਰੇ ਸੱਜਣ ਨੇ, ਮੈਂ ਉਹਨਾਂ ਕਰਕੇ, ਮੇਰਾ ਨਿੱਜ ਸਵਾਰਥ ਕੋਈ ਨਹੀਂ ਲਿਬਾਸ ਜੀ ਰਾਜਨੀਤੀ। ਗੱਲ ਇਹ ਹੈਗੀ ਆ ਵੀ ਇੰਨੀਆਂ ਪਾਰਟੀਆਂ ਤੁਹਾਨੂੰ ਭਰਮਾ ਗਈਆਂ। ਜਿਹੜੇ ਵਿਅਕਤੀ ਨੂੰ ਅਸੀਂ ਜਾਣਦੇ ਹਾਂ ਜਾਂ ਲੋਕ ਜਾਣਦੇ ਆ ਭੋਲਾ ਸਿੰਘ ਵਿਰਕ ਨੂੰ, ਭੋਲਾ ਸਿੰਘ ਵਿਰਕ ਇੱਕ ਸੂਝਵਾਨ ਆ ਉਹਨਾਂ ਵੇਲੇ ਦੇ ਟਰਾਂਸਪੋਰਟਰ ਨੇ ਜਿਨ੍ਹਾਂ ਵੇਲੇ ਲੋਕਾਂ ਕੋਲੇ ਸਾਈਕਲ ਨਹੀਂ ਸੀ ਹੁੰਦਾ। ਜ਼ਿਆਦਾਤਰ ਲੋਕਾਂ ਦੇ ਅਮੀਰ ਗਰੀਬ ਮੱਧ ਵਰਗੀ ਸਭ ਨੇ ਬੱਸ ਦਾ ਹੀ ਸਫ਼ਰ ਕਰਨਾ ਹੁੰਦਾ ਸੀਗਾ। ਤੇ ਪਰ ਭੋਲਾ ਸਿੰਘ ਵਿਰਕ ਨੂੰ ਜੀ ਇਹ ਕਿਵੇਂ ਭੁਲਝਾ ਲੈਂਦੇ ਆ, ਇਹ ਕਿਵੇਂ ਭਰਮਾ ਲੈਂਦੇ ਆ? ਨੋ ਨਹੀਂ, ਨਾ ਤਾਂ ਮੈਂ ਕਿਸੇ ਨੂੰ ਭੁਲਝਾਉਣਾ ਜੀ, ਨਾ ਹੀ ਮੈਨੂੰ ਕੋਈ ਭਰਮਾਉਂਦਾ ਹੈ ਜੀ। ਦੇਖੋ, ਦੇਖਣ ਦੀ ਤੈਅ ਲੋੜ ਹੁੰਦੀ ਆ। ਤੁਸੀਂ ਉਹਦੀ ਬਣੋ ਜਿਹੜੀ ਹੈਗੀ ਦਿਸ਼ਾ, ਉਹਨੂੰ ਤੁਸੀਂ ਨੇੜੇ ਹੋ ਕੇ ਦੇਖੋ ਨਾ, ਫੇਰ ਗੱਲ ਪਤਾ ਲੱਗਦਾ। ਦੂਰੋਂ ਅੰਦਾਜ਼ੇ ਤਾਂ ਲਵੇਸ਼ ਜੀ ਕਦੇ ਸਹੀ ਨਹੀਂ ਹੁੰਦੇ। ਕਈ ਵਾਰੀ ਮਾੜਿਆਂ ਨੂੰ ਚੰਗੇ ਅੰਦਾਜ਼ੇ ਲਾ ਲੈਂਦੇ ਆ, ਚੰਗਿਆਂ ਨੂੰ ਮਾੜੇ ਅੰਦਾਜ਼ੇ ਲਾ ਲੈਂਦੇ ਆ। ਡਿਸਕਸ਼ਨ ਤੋਂ ਬਾਅਦ, ਉਹ ਵੀ ਜੇ ਬੰਦਾ ਸੱਚੀ ਡਿਸਕਸ਼ਨ ਕਰੇ, ਤੇ ਐ ਨਹੀਂ ਪਤਾ ਉਹਦੇ ਚਿੱਤ 'ਚ ਕੀ ਹੈ ਤੇ ਤੁਹਾਨੂੰ ਕਹੇ ਕੀ ਜਾਂਦਾ। ਤੁਸੀਂ ਗੱਲ ਕਰੀ ਪਾਰਟੀਆਂ ਦੀ, ਮੇਰਾ ਇੱਕ ਆਪਣਾ ਨਿੱਜੀ ਫਾਰਮੂਲਾ ਹੈ ਕਿ ਕਿਸੇ ਵੀ ਪਾਰਟੀ 'ਚ ਜਾਣਾ, ਰੋਜ਼ ਪਾਰਟੀਆਂ ਬਦਲਣੀਆਂ ਕੋਈ ਗੁਨਾਹ ਨਹੀਂ ਜੀ। ਉਦਾਹਰਨ ਦੇ ਤੌਰ 'ਤੇ ਜੇ ਮੈਂ ਗੱਲ ਕਰਾਂ ਵੀ ਕਿਹੜੀ ਪ੍ਰੈਸ ਹੈ ਜਿਹੜੀ ਜਨਮ ਤੋਂ ਲੈ ਕੇ ਅਖੀਰ ਤੱਕ ਇੱਕੋ ਬੰਦਾ ਇੱਕੋ ਹੀ ਪੱਤਰਕਾਰੀ ਕੀਤੀ ਹੋਵੇ? ਨਹੀਂ, ਕੋਈ ਨਹੀਂ। ਕਿਹੜਾ ਅਧਿਆਪਕ ਹੈ ਜਿਹੜਾ ਇੱਕ ਸਕੂਲ 'ਚ ਲੈ ਕੇ ਜਿਹਨੇ ਸਾਰੀ ਨੌਕਰੀ ਉੱਥੇ ਹੀ ਕਰ ਲਈ ਹੋਵੇ? ਕਿਹੜੇ ਡਾਕਟਰ ਸਾਹਿਬਾਨ ਨੇ ਜਿਨ੍ਹਾਂ ਨੇ ਇੱਕ ਹਸਪਤਾਲ ਦੇ ਵਿੱਚ ਜਾ ਕੇ ਸਾਰੀ ਉਮਰ ਇੱਕੋ ਹੀ ਹਸਪਤਾਲ ਵਿੱਚ ਨੌਕਰੀ ਕੀਤੀ ਹੋਵੇ? ਬਟ ਮੈਂ ਬਹੁਤ ਬੰਦੇ ਦੇਖੇ ਨੇ ਕਿ ਡਾਕਟਰ ਤੋਂ ਬਾਅਦ ਉਹਨਾਂ ਨੇ IAS ਕੀਤਾ, ਬਿਲਕੁਲ ਠੀਕ ਹੈ ਜੀ, ਡਾਕਟਰਸ ਤੋਂ ਬਾਅਦ ਉਹਨਾਂ ਨੇ IPS ਕੀਤੀ ਹੈ। ਇਹ ਇੱਕ ਖੇਤਰ ਹੈ। ਦੇਖੋ, ਜੁਰਮ ਹੁੰਦਾ ਧਰਮ ਬਦਲਣਾ ਤੇ ਬਾਪ ਬਦਲਣਾ। ਬਿਲਕੁਲ, ਮੈਂ ਉਹ ਬੰਦੇ ਵੀ ਦੱਸ ਦਿੰਦਾ ਜਿਨ੍ਹਾਂ ਨੇ ਬਾਪ ਵੀ ਬਦਲੇ ਨੇ ਤੇ ਧਰਮ ਵੀ ਬਦਲੇ ਨੇ। ਮੈਂ ਆਪਣਾ ਬਾਪ ਨਹੀਂ ਬਦਲਿਆ, ਮੈਂ ਆਪਣਾ ਧਰਮ ਨਹੀਂ ਬਦਲਿਆ। ਸੋ ਇਸ ਗੱਲ ਦੀ ਜਿੱਦੇ ਕੋਈ ਤੁਹਾਨੂੰ ਉਲਾਂਭਾ ਆਇਆ ਤਾਂ ਜ਼ਰੂਰ ਦਿਓ, ਮੈਂ ਉਸ ਦੀ ਮਾਫੀ ਮੰਗੂਗਾ, ਮੈਂ ਖਿਮਾ ਜਾਚਨਾ ਕਰੂੰਗਾ। ਲੇਕਿਨ ਪਾਰਟੀ ਬਦਲਣਾ, ਜੇ ਤਾਂ ਮੈਂ ਕਿਸੇ ਨਾਲ ਕੋਈ ਕਮਿਟਮੈਂਟ ਕਰਕੇ ਭੱਜਿਆ ਹੋਵਾਂ, ਮੈਂ ਕਿਸੇ ਦੂਜੀ ਪਾਰਟੀ ਤੋਂ ਕਿਤੇ ਪੈਸੇ ਲੈ ਕੇ ਤੀਜੀ ਪਾਰਟੀ 'ਚ ਚਲਿਆ ਗਿਆ ਹੋਵਾਂ, ਮੈਂ ਕਿਸੇ ਲਾਲਚ ਨਾਲ ਕਿਤੇ ਚਲਿਆ ਗਿਆ ਹੋਵਾਂ, ਫਿਰ ਤਾਂ ਗੱਲ ਇਹ ਹੋ ਸਕਦੀ ਹੈ। ਸਰਦਾਰ ਦਰਬਾਰਾ ਸਿੰਘ ਗੁਰੂ ਨਾਲੋਂ ਪਾਸੇ ਹੋਏ
ਤਾਂ ਜਦੋਂ ਉਦੋਂ ਵੀ ਅਕਾਲੀ ਦਲ ਦੀ ਸਰਕਾਰ ਸੀ, ਬਿਲਕੁਲ ਠੀਕ ਹੈ ਨਾ ਜੀ ਗੱਲ। 2012 ਤੋਂ 17 2012 ਤੋਂ 17 ਤੱਕ ਫੇਰ ਸਰਕਾਰ ਸੀ, ਲੇਕਿਨ ਮੈਂ ਸੋਚਿਆ ਵੀ ਨਹੀਂ, ਇਹ ਅਨਕੰਫਰਟ ਮਹਿਸੂਸ ਕਰਦੇ ਨੇ ਵੀ ਯਾਰ ਸ਼ਾਇਦ ਕਿਤੇ ਮੇਰੀ ਕੋਈ ਕੋਤਾਹੀ ਰਹਿ ਗਈ, ਮੈਂ ਆਪਣੇ ਆਪ ਪਿੱਛੇ ਹਟ ਗਿਆ। ਲੇਕਿਨ ਜਿਹੜੀ ਕੋਈ ਮੇਰੀ ਪ੍ਰਤੀਯੋਗਤਾ, ਜੋ ਮੇਰੇ ਸੱਜਣ ਮਿੱਤਰ ਨੇ, ਉਹ ਤਾਂ ਮੇਰੇ ਨਾਲੋਂ ਪਿੱਛੇ ਨਹੀਂ ਹਟੇ। ਤੇ ਮੈਂ ਅੱਜ ਕਹਿਣਾ, ਤੁਸੀਂ ਮੈਨੂੰ ਜਿਹੜੀ ਪਾਰਟੀ 'ਚ ਕਹੋ ਮੈਂ ਚਲਿਆ ਜਾਣਾ ਤੜਕੇ ਨੂੰ, ਪਰ ਮੇਰੇ ਸੱਜਣ ਮੇਰੇ ਪਿੱਛੇ ਹੀ ਰਹਿਣਗੇ। ਇਸ ਗੱਲ ਨੂੰ ਤੁਸੀਂ ਕਿੱਥੇ ਵੈਲੂਏਟ ਕਰਦੇ ਹੋ? ਇਸੇ ਗੱਲ ਦੀ ਹੀ ਗੱਲ 'ਚੋਂ ਗੱਲ ਹੈ ਵੀ ਭੋਲਾ ਸਿੰਘ ਵਿਰਕ ਦਾ ਕਹਿੰਦੇ ਬੜਾ ਵੱਡਾ ਧੜਾ ਹੈ, ਤੇ ਲਗਭਗ ਬਰਨਾਲੇ ਜ਼ਿਲ੍ਹੇ ਦੇ ਤੇ ਖਾਸ ਕਰਕੇ ਨਾਲ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਅੱਜ ਵੀ ਇਹ ਧੜੇਬੰਦੀ ਕਾਇਮ ਹੈ, ਤਾਂ ਹੀ ਇਹਨਾਂ ਦੇ ਪਿੱਛੇ ਪਾਰਟੀਆਂ ਫਿਰਦੀਆਂ। ਵੈਰੀ ਗੁੱਡ। ਦੇਖੋ, ਧੜਾ ਕਹਿ ਲਓ, ਧੜੇਬੰਦੀ ਕਹਿ ਲਓ, ਇਹ ਕਈ ਕਿਸਮ ਦੀ ਹੁੰਦੀ ਆ ਜੀ। ਬਹੁਤ ਲੋਕ ਉਹ ਨੇ ਜਿਹੜੇ ਕੋਈ ਲਾਲਚ ਦੇ ਕੇ ਲੋਕਾਂ ਨੂੰ ਨਾਲ ਰੱਖ ਲੈਂਦੇ ਨੇ, ਜਾਂ ਲਾਲਚ ਦੇ ਕੇ ਵੋਟਾਂ ਪਵਾ ਲੈਂਦੇ ਨੇ। ਸ਼ਰਾਬ ਵੰਡ ਕੇ ਵੋਟਾਂ ਪਾਈਆਂ ਜਾ ਸਕਦੀਆਂ, ਆਰਥਿਕ ਮਦਦ ਦੇ ਕੇ ਇਕੱਠ ਕੀਤੇ ਜਾ ਸਕਦੇ ਨੇ। ਲੇਕਿਨ ਨਾ ਮੈਂ ਕਦੇ ਸ਼ਰਾਬ ਵੰਡੀ, ਨਾ ਮੈਂ ਕਦੇ ਆਰਥਿਕ ਮਦਦ ਕੀਤੀ। ਲੇਕਿਨ ਜਦੋਂ ਤੋਂ ਮੈਂ ਇਸ ਖਿੱਤੇ 'ਚ ਆਇਆ, ਮੈਂ 13 ਜਨਵਰੀ 1979 ਨੂੰ ਬਰਨਾਲੇ ਆਇਆ ਸੀ, ਤਾਂ ਮੈਂ ਇਹ ਕੰਮ ਸ਼ੁਰੂ ਕੀਤਾ ਸੀ। 13 ਜਨਵਰੀ 1979 ਤੋਂ ਲੈ ਕੇ ਅੱਜ 20/9/2021 ਤੱਕ, ਉਸ ਗੱਲ ਨੂੰ ਸ਼ਾਇਦ 42 ਸਾਲ ਹੋ ਗਏ। ਉਹ ਕਦੇ ਵੀ ਮੈਨੂੰ ਇਹੋ ਜਿਹਾ ਦਿਨ ਨਹੀਂ ਦੇਖਣਾ ਪਿਆ ਜਦੋਂ ਮੇਰਾ ਕੋਈ ਕਾਫਲਾ ਜਾਂ ਮੇਰੇ ਸੱਜਣ ਘਟੇ ਹੋਣ। ਉਸ ਦਿਨ ਤੋਂ ਲੈ ਕੇ ਡੇ ਟੂ ਡੇ, ਡੇ ਵਨ ਡੇ ਮੇਰਾ ਉਹ ਕਾਫਲਾ ਵਧਿਆ। ਉਹ ਅੱਜ ਤੱਕ ਉਵੇਂ ਹੀ ਆ। ਉਹਦਾ ਹੁਣ ਤੁਸੀਂ ਜੇ ਕਾਰਨ ਪੁੱਛਣਾ ਚਾਹੋ, ਲੋਕ ਹੱਥ ਮਿਲਾਉਂਦੇ ਨੇ, ਦਿਲ ਨਹੀਂ ਮਿਲਾਉਂਦੇ। ਬਿਲਕੁਲ। ਮੈਂ ਦਿਲ ਪਹਿਲਾਂ ਮਿਲਾਉਣਾ, ਹੱਥ ਫੇਰ ਮਿਲਾਉਣਾ। ਜਿੱਥੇ ਦਿਲ ਮਿਲ ਗਿਆ ਉੱਥੇ ਫਿਰ ਹੱਥ ਮਿਲਾਉਣ ਦੀ ਲੋੜ ਵੀ ਨਹੀਂ ਰਹਿੰਦੀ। ਬਿਲਕੁਲ ਮਹਿਸੂਸ ਨਹੀਂ ਹੁੰਦਾ। ਰਾਜਨੀਤੀ ਦਿਮਾਗ ਨਾਲ ਕਰੀ ਜਾਂਦੀ ਹੈ, ਦੋਸਤੀ ਦਿਲ ਨਾਲ ਕੀਤੀ ਜਾਂਦੀ ਹੈ। ਮੇਰੇ ਕੋਲ ਦਿਮਾਗ ਹੈ ਨਹੀਂ ਗਾ, ਦਿਲ ਮੇਰੇ ਕੋਲ ਬਹੁਤ ਵੱਡਾ ਹੈ। ਇਸ ਲਈ ਰਾਜਨੀਤਿਕ ਲੋਕ ਰਾਜਨੀਤੀ ਕਰਕੇ ਨਾਲ ਆਉਂਦੇ ਨੇ, ਰਾਜਨੀਤਿਕ ਵਰਕਰ ਵੀ ਰਾਜਨੀਤੀ ਨਾਲ ਕਰਕੇ ਖੜ੍ਹਦੇ ਨੇ। ਮੇਰੇ ਕੋਲ ਜਿਹੜੇ ਮੇਰੇ ਲੋਕ ਨੇ ਉਹ ਵੀ ਬਹੁਤ ਦਿਲਦਾਰ ਨੇ, ਉਹਨਾਂ ਦੇ ਵੀ ਬਹੁਤ ਵੱਡੇ ਦਿਲ ਨੇ। ਅਤੇ ਮੈਂ ਵੀ ਕਹਿ ਸਕਦਾ ਮੈਂ ਇੱਕ ਦਿਲ ਵਾਲਾ ਆਦਮੀ ਹਾਂ। ਨਾ ਤਾਂ ਧੜੇਬੰਦੀ ਦਿਲ ਤੋਂ ਬਿਨਾਂ ਹੋ ਸਕਦੀ ਹੈ, ਨਾ ਮਿੱਤਰਤਾ ਦਿਲ ਤੋਂ ਬਿਨਾਂ ਹੋ ਸਕਦੀ ਹੈ। ਜਿਹੜੀ ਸਿਆਸਤ ਹੈ ਇਹ ਸਿਰ ਨਾਲ ਹੁੰਦੀ ਹੈ, ਲੇਕਿਨ ਸਿਆਸਤ ਕਰਨ ਵਾਲਿਆਂ ਕੋਲ ਸਿਰ ਬਹੁਤ ਵੱਡੇ ਨੇ, ਦਿਮਾਗ ਬਹੁਤ ਵੱਡੇ ਨੇ। ਯਕੀਨ ਕੋਲ ਦਿਮਾਗ ਦੀ ਘਾਟ ਹੈ। ਭੋਲਾ ਸਿੰਘ ਵਿਰਕ ਦੇ ਮਰਹੂਮ ਮਲਕੀਤ ਸਿੰਘ ਕੀਤੂ ਨਾਲ ਕਾਫੀ ਸਿਆਸੀ ਵਖਰੇਵੇਂ ਰਹੇ, ਕਾਰੋਬਾਰਿਕ ਵਖਰੇਵੇਂ। ਕਾਰੋਬਾਰਿਕ ਦੇ ਵਿੱਚ ਵੀ ਇਹ ਹੈ ਵੀ ਉਹ ਟਰੱਕ ਯੂਨੀਅਨ ਦੇ ਪ੍ਰਧਾਨ ਰਹੇ, ਅਤੇ ਤੁਸੀਂ ਟਰਾਂਸਪੋਰਟ ਦੇ ਧੰਦੇ ਨਾਲ ਜੁੜੇ ਵੀ ਸੀ। ਹੁਣ ਉਹ ਇਸ ਸੰਸਾਰ ਨੂੰ ਅਲਵਿਦਾ ਅੱਗੇ, ਪਰ ਉਹਨਾਂ ਦੇ ਫਰਜ਼ੰਦ ਕੁਲਵੰਤ ਸਿੰਘ ਕੀਤੂ ਨੂੰ ਟਿਕਟ ਮਿਲੀ ਹੈ ਇੱਥੋਂ, ਅਤੇ ਉਹ ਕੰਤੇ ਨਾਲ ਇਹ ਜਿਹੜੀ ਪੀੜ੍ਹੀ ਦਰ ਪੀੜ੍ਹੀ ਹੈ ਇਹ ਚਲਾਉਂਗੇ, ਜਿਹੜੀ ਹੈਗੀ ਹੈ ਕਿ ਇਹਨੂੰ ਖਤਮ ਕਰਾਂਗੇ ਆਪਾਂ ਰੰਜਿਸ਼ ਨੂੰ। ਦੇਖੋ, ਤੁਸੀਂ ਸਵਾਰ ਕੇ ਸੁਣ ਲਿਓ ਇਸ ਗੱਲ ਨੂੰ। ਕਈ ਵਾਰੀ ਕਹਿਣ 'ਚ ਵੀ ਫਰਕ ਰਹਿ ਜਾਂਦਾ, ਮੁੜ ਕੇ ਉਸ ਨੂੰ ਆਪਾਂ ਕਹਿੰਦੇ ਵੀ ਨਸ਼ਰ ਕਰਨ 'ਚ ਵੀ ਕਿਤੇ ਪ੍ਰੋਬਲਮ ਆ ਜਾਂਦੀ ਆ। ਸਰਦਾਰ ਮਲਕੀਤ ਸਿੰਘ ਕੀਤੂ ਸੱਚਮੁੱਚ ਇੱਕ ਇਨੋਸੈਂਟ ਮੈਨ ਸੀ ਜੀ, ਲੇਕਿਨ ਉਹਦੇ ਪਿੱਛੇ ਕੁਝ ਲੋਕ ਉਹ ਸੀ ਜਿਨ੍ਹਾਂ ਦਾ ਸਵਾਰਥ ਇਹ ਸੀ ਕਿ ਇਹਨਾਂ ਨੂੰ ਕਿਸੇ ਸਿਸਟਮ ਨਾਲ ਮਿਲਣ ਨਾ ਦਿੱਤਾ ਜਾਵੇ। ਬਿਲਕੁਲ। ਉਸ ਦੀ ਕੜੀ ਵਜੋਂ ਉਹ ਇਕੱਲੇ ਮੇਰੇ ਨਾਲ ਹੀ ਨਹੀਂ, ਬਹੁਤ ਬੰਦਿਆਂ ਨਾਲ ਵਿਰੋਧ ਕਰਦੇ ਸੀ ਜੀ। ਅਤੇ ਅਸੀਂ ਉਹਦਾ ਵਿਰੋਧ ਨਹੀਂ ਸੀ ਕਰਦੇ, ਅਸੀਂ ਉਹਦੇ ਵਿਰੋਧ ਤੋਂ ਬਚਦੇ ਸੀ ਹਮੇਸ਼ਾ। ਅਸੀਂ ਕਦੇ ਇਹੋ ਜਿਹਾ ਵਿਰੋਧ ਨਹੀਂ ਕੀਤਾ ਜਿਹੋ ਜਿਹਾ ਉਹ ਕਰਦੇ ਸੀ, ਜਾਂ ਜਿਹੋ ਜਿਹਾ ਲੋਕ ਕਰਦੇ ਨੇ, ਜਾਂ ਜਿਹੋ ਜਿਹਾ ਕਰਨਾ ਚਾਹੀਦਾ ਸੀ। ਨੈਵਰ ਐਵਰ ਮੈਂ ਲਵਾਹ 'ਚ ਕਦੇ ਉਹ ਵਿਰੋਧ ਨਹੀਂ ਕੀਤਾ ਜਿਹੜਾ ਲੋਕ ਕਰਦੇ ਨੇ, ਲੇਕਿਨ ਮੈਂ ਉਹਨਾਂ ਦੇ ਵਿਰੋਧ ਦਾ ਬਚਾਅ ਕੀਤਾ। ਉਹਨਾਂ ਨੇ ਜੋ ਵੀ ਐਕਸ਼ਨ ਰਿਐਕਸ਼ਨ ਕੀਤੇ, ਮੈਂ ਉਹਨੂੰ ਆਪਣੇ ਢੰਗ ਨਾਲ ਹੀ ਸੋਲਵ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਕਦੇ ਅਫੈਂਸਿਵ ਨਹੀਂ ਹੋਇਆ, ਮੈਂ ਹਮੇਸ਼ਾ ਡਿਫੈਂਸਿਵ ਰਿਹਾ। ਡਿਫੈਂਸ ਮਤਲਬ ਮੈਂ ਆਪਦਾ ਬਚਾਅ ਕੀਤਾ, ਮੈਂ ਸੁਰੱਖਿਅਤ ਰਿਹਾ, ਮੈਂ ਕਦੇ ਅਟੈਕ 'ਤੇ ਨਹੀਂ ਆਇਆ। ਰਹੀ ਗੱਲ ਉਹਨਾਂ ਦੇ ਫਰਜ਼ੰਦ ਦੀ, ਸਰਦਾਰ ਕੁਲਵੰਤ ਸਿੰਘ ਕੰਤਾ, ਸੱਚੀ ਮੁੱਚੀ ਮੇਰੇ ਨਾਲ ਉਹਨਾਂ ਦਾ ਛੋਟੇ ਭਰਾਵਾਂ ਵਾਲਾ ਨਾਤਾ। ਉਹ ਮੈਨੂੰ ਵੱਡਾ ਭਰਾ ਸਮਝਦੇ ਨੇ। ਉਦੋਂ ਵੀ ਜਦੋਂ ਸਰਦਾਰ ਮਲਕੀਤ ਸਿੰਘ ਜੀ ਜਿਉਂਦੇ ਸੀ, ਉਦੋਂ ਵੀ ਜਦੋਂ ਬਹੁਤ ਤੱਤੀਆਂ ਅਤੇ ਠੰਡੀਆਂ ਗੱਲਾਂ ਸਾਡੀਆਂ ਆਪਸ ਵਿੱਚ ਚੱਲਦੀਆਂ ਰਹਿੰਦੀਆਂ ਸੀ, ਸਰਦਾਰ ਕੁਲਵੰਤ ਸਿੰਘ ਕੰਤੇ ਦਾ ਉਦੋਂ ਵੀ ਬਹੁਤ ਬੈਟਰ ਰੋਲ ਰਿਹਾ, ਜਿਹੜਾ ਇੱਕ ਗੁੱਡ ਫਰਜ਼ੰਦ ਦਾ ਕਿਤੇ ਹੋਣਾ ਚਾਹੀਦਾ। ਉਹਦਾ ਉਦੋਂ ਵੀ ਉਹ ਰੋਲ ਸੀ, ਅਤੇ ਅੱਜ ਤਾਂ ਉਹਨਾਂ ਦਾ ਉਦੋਂ ਵੀ ਬਹੁਤ ਵਧੀਆ ਰੋਲ ਹੈ। ਅਸੀਂ ਅਕਸਰ ਮਿਲਦੇ ਹਾਂ, ਮੈਂ ਉਹਨਾਂ ਕੋਲ ਵੀ ਜਾਂਦਾ, ਉਹ ਇੱਥੇ ਵੀ ਆਉਂਦੇ ਨੇ। ਇਹ ਗੱਲ ਕੋਈ ਲੁਕੀ ਛਿਪੀ ਨਹੀਂ, ਲੇਕਿਨ ਮੈਂ ਵੀ ਉਹਨਾਂ ਕੋਲ ਜਾਂਦਾ। ਸਾਡੀ ਵੈਸੇ ਵੀ ਕੋਈ ਸਾਡਾ ਰਾਬਤਾ ਹੁੰਦਾ ਰਹਿੰਦਾ। ਇਸ ਸਿਸਟਮ ਦੇ ਵਿੱਚ ਇੱਕ ਅਜੈਬ ਸਿੰਘ ਠੇਕੇਦਾਰ ਹੁੰਦੇ ਸੀ ਭਦੌੜ ਤੋਂ, ਵਿਚਾਰੇ ਮਰ ਗਏ ਪਿਛਲੇ ਦਿਨੀ, ਸੁਸਾਈਡ ਕਰ ਗਏ। ਉਹ ਬੰਦੇ ਦਾ ਬਹੁਤ ਯੋਗਦਾਨ ਰਿਹਾ। ਉਹ ਚੰਗੀ ਮੰਦੀ ਨੂੰ ਬਹੁਤ ਵਧੀਆ ਢੰਗ ਨਾਲ ਸਮੋਂਦਾ ਸੀ, ਅਤੇ ਮਤਲਬ ਠੀਕ ਢੰਗ ਨਾਲ ਹੀ ਕਨਵੇ ਕਰਦਾ ਸੀ, ਸਰਦਾਰ ਮਲਕੀਤ ਸਿੰਘ ਕੀਤੂ ਵੇਲੇ ਵੀ ਅਤੇ ਸਰਦਾਰ ਕੁਲਵੰਤ ਸਿੰਘ ਕੰਤਾ ਵੇਲੇ ਵੀ। ਲੇਕਿਨ ਮੇਰਾ ਕੋਈ ਇਹ ਸੁਭਾਅ ਨਹੀਂ ਕਿ ਮੈਂ ਪੀੜ੍ਹੀ ਦਰ ਪੀੜ੍ਹੀ ਕਿਸੇ ਨਾਲ ਇੱਦਾਂ ਦੀ ਗੱਲ ਕਰਨੀ ਚਾਹਾਂ। ਹਾਂ, ਜਦੋਂ ਕੋਈ ਇੱਕ ਮਾੜਾ ਲਫ਼ਜ਼ ਹੈ
ਵੀ ਕਦੋਂ ਵੀ ਕਦੇ ਕਿਸੇ ਦੀ ਕੋਈ ਬੰਦਾ ਪੂਛ ਤੇ ਪੈਰ ਧਰੇ, ਦੇਖੋ ਫਿਰ ਤਾਂ ਚੀਕ ਨਿਕਲਣੀ ਸੁਭਾਵਿਕ ਹੁੰਦੀ ਹੈ। ਲੇਕਿਨ ਨਹੀਂ, ਕੁਲਵੰਤ ਸਿੰਘ ਕੰਤਾ ਵੈਰੀ ਗੁੱਡ ਮੈਨ, ਮੇਰਾ ਉਹਨਾਂ ਨਾਲ ਕੋਈ ਇੱਦਾਂ ਦਾ ਬਖਰੇਵਾ ਨਹੀਂ ਹੈਗਾ। ਕੋਈ ਅਜਿਹੀ ਘਟਨਾ ਜਿਹਦੇ ਨਾਲ ਮਨ ਨੂੰ ਸਕੂਨ ਮਿਲਦਾ ਹੋਵੇ, ਜ਼ਿੰਦਗੀ 'ਚ ਵਾਪਰਦੀ ਹੁੰਦੀ ਹੈ ਜੀ? ਬਹੁਤ ਘਟਨਾਵਾਂ ਨੇ ਜੀ, ਰੋਜ਼ ਵਾਪਰਦੀਆਂ ਨੇ, ਲੇਕਿਨ ਜਿਨ੍ਹਾਂ ਨਾਲ ਸਕੂਨ ਮਿਲਦਾ, ਪਹਿਲੀ ਗੱਲ ਤਾਂ ਆਪਾਂ ਹੀ ਜਦੋਂ ਕੋਈ ਸੱਜਣ ਆਉਂਦੇ ਨੇ, ਜੇ ਕਿਸੇ ਦਾ ਕੁਝ ਸਵਾਰ ਕੇ ਤੋਰਦੇ ਆ ਜਾਂ ਕਿਸੇ ਨਾਲ ਗੱਲ ਸੁਣ ਕੇ ਕਿਸੇ ਨੂੰ ਤੋਰਦੇ ਆ ਜਾਂ ਕਿਸੇ ਦਾ ਕੋਈ ਦੁੱਖ ਸੁਣ ਕੇ ਕਿਸੇ ਨੂੰ ਤੋਰਦੇ ਆ, ਉਦੋਂ ਸਕੂਨ ਮਿਲਦਾ। ਅਤੇ ਨਾਲ ਦੀ ਨਾਲ ਮੈਂ ਫਿਰ ਭਗਵਾਨ ਦਾ ਸ਼ੁਕਰ ਕਰਦਾ ਵੀ ਭੋਲਾ ਸਿੰਘ ਤੂੰ ਤਾਂ ਕੁਛ ਵੀ ਨਹੀਂ ਯਾਰ, ਫਿਰ ਵੀ ਕਿੰਨੇ ਭੈਣ ਭਰਾ ਦੁੱਖ ਆ ਰਹੇ ਨੇ ਯਾਰ, ਹੈ ਨਾ। ਮੈਨੂੰ ਮਤਲਬ ਉਹਦੇ ਦੋ ਪੱਖ ਨੇ, ਕਦੇ ਉਸ ਗੱਲ ਨਾਲ ਨੀਂਦ ਆਉਣੋਂ ਹਟ ਜਾਂਦੀ ਹੈ, ਕਦੇ ਉਸ ਗੱਲ ਨਾਲ ਨੀਂਦ ਬਹੁਤ ਆਉਣ ਲੱਗ ਜਾਂਦੀ ਹੈ। ਉਹ ਪਤਾ ਨਹੀਂ ਕਿਹੜੀ ਗੱਲ ਗ੍ਰਹਿਣ ਹੋ ਜਾਂਦੀ ਹੈ ਉਹਨਾਂ ਦੋਨਾਂ ਗੱਲਾਂ 'ਚੋਂ। ਤੁਸੀਂ ਸਟੇਟ ਅਵਾਰਡ ਹੀ ਰਹੇ ਭੋਲਾ ਜੀ, ਇਹ ਕਿਸ ਪਰਪਸ ਦੇ ਨਾਲ ਤੁਹਾਨੂੰ ਸਟੇਟ ਨੇ ਅਵਾਰਡ ਦਿੱਤਾ? ਓਕੇ, ਜਿਹੜਾ ਮੈਨੂੰ ਸਟੇਟ ਨੇ ਅਵਾਰਡ ਦਿੱਤਾ ਜੀ, ਦੇਖੋ ਪਹਿਲੀ ਗੱਲ ਤਾਂ ਸਟੇਟ ਦੱਸ ਸਕਦੀ ਵੀ ਉਹਨਾਂ ਨੇ ਮੈਨੂੰ ਅਵਾਰਡ ਕਿਉਂ ਦਿੱਤਾ, ਪਰ ਉਦੋਂ ਜਦੋਂ ਉਹਨਾਂ ਨੇ ਡਾਟੇ ਇਕੱਠੇ ਕੀਤੇ ਸੀਗੇ, ਮਾਨਯੋਗ ਹਰਚਰਨ ਸਿੰਘ ਭੁੱਲਰ ਸ਼ਾਇਦ ਉਦੋਂ SSP ਸਾਹਿਬ ਸੀ, DC ਸਾਹਿਬ ਮੈਨੂੰ ਪ੍ਰੋਪਰਲੀ ਉਹਨਾਂ ਦਾ ਨਾਂ ਯਾਦ ਨਹੀਂ, ਉਹਨਾਂ ਕੋਲ CID ਦੀ ਰਿਪੋਰਟ ਸੀ ਜੀ ਵੀ ਭੋਲਾ ਸਿੰਘ ਵਿਰਕ ਇੱਥੇ ਕੋਈ ਇਨਸਾਨ ਆ ਜਿਹੜਾ ਹਮੇਸ਼ਾ ਗਲਤ ਕੰਮ ਦਾ ਵਿਰੋਧ ਕਰਦਾ, ਠੀਕ ਕੰਮ ਦਾ ਇਹ ਹਮੇਸ਼ਾ ਪੱਖ ਰੱਖਦਾ, ਉਹ ਚਾਹੇ ਕਿਸੇ ਵੀ ਖੇਤਰ 'ਚ ਕਿਉਂ ਨਾ ਹੋਵੇ। ਵੱਡੇ ਤੋਂ ਵੱਡੀ ਗੱਲ ਦਾ ਵਿਰੋਧ ਕਰਨ ਦੀ ਸਮਰੱਥਾ ਰੱਖਣਾ, ਵੱਡੇ ਤੋਂ ਵੱਡੇ ਕੰਮ ਦੇ ਵਿੱਚ ਕਿਸੇ ਮਦਦ ਕਰਨ ਦੀ ਸਮਰੱਥਾ ਰੱਖਣਾ, ਉਹ ਮੇਰਾ ਸੁਭਾਅ ਹੈ। ਲੇਕਿਨ ਇੱਕੋ ਹੀ ਕਮਜ਼ੋਰੀ ਆ ਕਿ ਉਹ ਸੁਭਾਅ ਨੂੰ ਮੈਂ ਕੋਈ ਬਹੁਤਾ ਉਜਾਗਰ ਕਦੇ ਅਖਬਾਰਾਂ 'ਚ ਲਿਆ ਕੇ ਜਾਂ TV 'ਤੇ ਲਿਆ ਕੇ ਨਹੀਂ ਕੀਤਾ। ਲੇਕਿਨ ਅੱਜ ਯੁੱਗ ਇਸ ਗੱਲ ਦਾ ਹੀ ਆ ਵੀ ਕਹਿੰਦੇ ਜਿੰਨਾ ਦਿਖਦਾ ਓਨਾ ਹੀ ਵਿਕਦਾ, ਪਰ ਉਹ ਮੇਰੇ ਤੋਂ ਦੇਖੋ ਲਾਗੂ ਨਹੀਂ ਹੋਈ। ਚਲੋ ਮਤਲਬ ਮੈਂ ਬਿਨਾਂ ਦਿਖਣ ਤੋਂ ਵੀ ਮਤਲਬ ਹੈ ਨਾ, ਇਹ ਪੋਜੀਸ਼ਨ ਮਹਾਰਾਜ ਨੇ ਮੇਰੀ ਇਹ ਬਣਾਈ। ਸ਼ਾਇਦ ਤੁਹਾਡਾ ਧੜਾ ਹੈ ਉਹ ਇਸੇ ਗੱਲ ਕਰਕੇ ਕਾਇਮ ਰਹਿ ਗਿਆ। ਬਿਲਕੁਲ ਜੀ, ਮੈਂ ਦੇਖੋ ਧੜੇ ਦੀ ਤਾਂ ਮੈਂ ਨਹੀਂ, ਉਹਦਾ ਕਾਰਨ ਹੈ ਜੀ, ਜਦੋਂ ਆਪਾਂ ਕਿਸੇ ਨੂੰ ਜ਼ਿਆਦਾ ਐਕਸਪਲੋਜ਼ ਕਰ ਦਿੰਦੇ ਹਾਂ, ਦਿਖਾ ਦਿੰਦੇ ਹਾਂ, ਤਾਂ ਸ਼ਾਇਦ ਉਹ ਕਿਸੇ ਹੋਰ ਨਾਲ ਉਦੋਂ ਵਧੀਆ, ਆਪਣੇ ਨੂੰ ਵਧੀਆ ਬੰਦੇ ਵੀ ਹੁੰਦੇ ਆ, ਪਰ ਜਦੋਂ ਆਪਾਂ ਜ਼ਿਆਦਾ ਉਹਨੂੰ ਡਿਸਕਲੋਜ਼ ਨਹੀਂ ਕਰਦੇ, ਆਰਾਮ ਨਾਲ ਆਪਦੀ ਜ਼ਿੰਦਗੀ, ਜੋ ਬੰਦਾ ਤੁਹਾਡੇ ਕੋਲ ਆਇਆ ਤੁਸੀਂ ਉਹਦਾ ਕੰਮ ਸਵਾਰਤਾ ਅਤੇ ਉਹ ਚਲਿਆ ਗਿਆ, ਉਹ ਕਿਸੇ ਨੂੰ ਕੋਈ ਵਧੀਆ, ਇਹ ਜਿਹੜੀ ਪੁਰਾਣੇ ਸਮਿਆਂ ਦੇ ਵਿੱਚ ਸੀ ਇਹ ਰੀਤਾਂ ਵਧੀਆ ਸੀ, ਪਰ ਉਹ ਨਾਲ ਪਰਪੱਕ ਹੋ ਜਾਂਦੇ ਨੇ ਬੰਦੇ। ਦੂਜੀ ਗੱਲ, ਹੁਣ ਜਿਹੜੀ ਇੱਕ ਗੱਲ ਤੁਸੀਂ ਧੜੇ ਵਾਲੀ ਪੁੱਛੀ, ਮੇਰੇ ਤੋਂ ਰਿਹਾ ਨਹੀਂ ਗਿਆ, ਅਕਸਰ ਨਾ ਮੈਂ ਦੇਖਦਾ ਨਹੀਂ ਕਲਾਕਾਰਾਂ ਦੇ ਇੰਟਰਵਿਊਜ਼ ਤੁਸੀਂ ਕਰਦੇ ਹੋ ਲਵਾਸ ਜੀ, ਜਿਹੜੇ ਵੀ ਕਲਾਕਾਰ ਨੇ, ਜਦੋਂ ਤੁਸੀਂ ਉਹਨਾਂ ਨੂੰ ਪੁੱਛਦੇ ਹੋ ਕਿ ਤੁਹਾਡੀ ਪ੍ਰਾਪਤੀ ਦਾ ਕਾਰਨ, ਉਹ ਕਹਿਣਗੇ ਜੀ ਸਾਡੀ ਆਵਾਜ਼ ਬਹੁਤ ਵਧੀਆ ਸੀ, ਬਿਲਕੁਲ ਅਸੀਂ ਗਾਉਂਦੇ ਬਹੁਤ ਵਧੀਆ ਜੀ। ਪਰ ਇੱਕੋ ਇੱਕ ਜਨਾਬ ਮੁਹੰਮਦ ਸਦੀਕ ਜਿਨ੍ਹਾਂ ਨੂੰ ਮੈਂ ਵੇਖਿਆ, ਉਹ ਕਹਿੰਦਾ ਨਹੀਂ, ਮੇਰੀ ਕਾਮਯਾਬੀ ਹਮੇਸ਼ਾ ਮੇਰੇ ਸਰੋਤੇ ਰਹੇ ਨੇ। ਬਿਲਕੁਲ ਰੀਅਲੀ ਤੁਸੀਂ ਯਕੀਨ ਕਰੋ, ਮੇਰੀ ਕਾਮਯਾਬੀ, ਮੇਰੀ ਧੜੇਬੰਦੀ ਮੇਰਾ ਧੜਾ ਹੈ, ਮਤਲਬ ਮੇਰੀ ਕੋਈ ਬਹੁਤੀ ਕਾਬਲੀਅਤ ਨਹੀਂ, ਮੇਰੇ ਸਹਿਯੋਗੀ ਮੇਰੀ ਕਾਮਯਾਬੀ ਦਾ ਹਿੱਸਾ ਨੇ। ਵਿਰਕ ਸਾਹਿਬ ਕਹਿੰਦੇ ਵੀ ਹੁਣ ਤਰਨਮੂਲ ਕਾਂਗਰਸ ਫਿਰਦੀ ਹੈ ਭੋਲਾ ਸਿੰਘ ਵਿਰਕ ਦੇ ਆਲੇ ਦੁਆਲੇ, ਅਤੇ ਭੋਲਾ ਸਿੰਘ ਵਿਰਕ ਕਹਿੰਦੇ ਵੀ ਹੁਣ ਉਹ ਸਿੱਧੇ ਢੰਗ ਨਾਲ ਤਾਂ ਨਹੀਂ ਰਾਜਨੀਤੀ 'ਚ ਪ੍ਰਵੇਸ਼ ਕਰਨਗੇ, ਪਿਛਲੀ ਖਿੜਕੀਓਂ ਰਾਜ ਸਭਾ ਦੇ ਰਾਹੀਂ ਸ਼ਾਇਦ ਪ੍ਰਵੇਸ਼ ਕਰ ਜਾਣ। ਕੀ ਅਜਿਹਾ? ਹਾਂ, ਦੇਖੋ ਮੈਂ ਪਹਿਲਾਂ ਵੀ ਆਪਦੀ ਗੱਲ ਕਹਿ ਕੇ ਤੁਹਾਨੂੰ ਦੱਸ ਚੁੱਕਿਆ ਵੀ ਸ਼ਾਇਦ ਬੰਦੇ ਨੂੰ ਫਰੋਲੇ ਤੋਂ ਬਿਨਾਂ ਪੂਰਾ ਪਤਾ ਨਹੀਂ ਲੱਗਦਾ, ਇੱਕ ਅੰਦਾਜ਼ੇ ਨੇ ਜੀ। ਰਾਜ ਸਭਾ, ਵਿਧਾਨ ਸਭਾ, ਚੇਅਰਮੈਨੀਆਂ ਇੱਧਰ ਉੱਧਰ ਦੀ ਲੈਣੀਆਂ, ਇੱਧਰ ਉੱਧਰ ਦੀ ਦੇਣੀਆਂ, ਇਹ ਟਫ ਜੋਬ ਹੁੰਦੀ ਹੈ ਲਵਾਸ ਜੀ। ਜੀ ਸਰ। ਦੇਖੋ ਮੇਰਾ ਇਹਦੇ ਵਿੱਚ ਕੋਈ ਇੰਟਰਸਟ ਨਹੀਂ, ਮੇਰਾ ਇਹ ਕੋਈ ਸ਼ੌਂਕ ਨਹੀਂ। ਤ੍ਰਿਣਮੂਲ ਕਾਂਗਰਸ ਪਾਰਟੀ, ਜੇ ਉਹਦੀ ਤੁਸੀਂ ਇੰਡੀਵਿਜੂਅਲ ਗੱਲ ਕਰੋ, ਉਹ ਸ਼ਲਾਘਾਯੋਗ ਪਾਰਟੀ ਆ। ਮਾਨਯੋਗ ਜਿਹੜੇ ਮਮਤਾ ਬੈਨਰਜੀ ਨੇ, ਜੋ ਉਹਨਾਂ ਦੀ ਕਾਰਗੁਜ਼ਾਰੀ ਆ, ਅੱਜ ਉਹਨੂੰ ਦੇਸ਼ ਭੁਲਾ ਨਹੀਂ ਸਕੂਗਾ। ਲੇਕਿਨ ਮੇਰਾ ਉੱਧਰ ਜਾਣਾ ਜਾਂ ਨਾ ਜਾਣਾ ਬਿਲਕੁਲ ਹਲੇ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਲੇਕਿਨ ਜਦੋਂ ਕੋਈ ਚਾਰ ਸੱਜਣ ਮਿਲਦੇ ਨੇ ਤਾਂ ਲੇਕਿਨ ਇਹ ਕੁਦਰਤੀ ਆ ਵੀ ਉਹਨੂੰ ਇੱਦਾਂ ਦਾ ਮੀਡੀਆ ਦੇ ਵਿੱਚ ਤਾਂ ਜਾਣਾ ਮੈਂ ਮਾੜਾ ਵੀ ਨਹੀਂ ਸਮਝਦਾ, ਜ਼ਰੂਰੀ ਵੀ ਆ, ਪਰ ਉਹ ਤੱਥ ਨਹੀਂ ਹੁੰਦੇ ਜੀ। ਤੁਹਾਡੇ ਵਰਗੇ ਲੋਕ ਨੇ ਜਿਹੜੇ ਤੱਥ ਵੀ ਛਾਪਦੇ ਨੇ, ਅਤੇ ਸਾਰਾ ਕੁਝ ਤੱਥ ਛਾਪਣ ਲੱਗ ਜੇ ਤਾਂ ਸਾਰਾ ਕੁਝ ਕਲੀਅਰ ਵੀ ਹੋਣ ਲੱਗ ਜਾਵੇ। ਤੁਸੀਂ ਇਮੀਗ੍ਰੇਸ਼ਨ ਦਾ ਵੀ ਕਾਰੋਬਾਰ ਕਰਦੇ ਹੋ। ਹਾਂਜੀ। ਮੌਜੂਦਾ ਪੰਜਾਬ ਦੇ ਹਾਲਾਤ ਨੇ ਜਿਹੜੇ, ਉਹ ਨੌਜਵਾਨ ਜਾਂ ਨੌਜਵਾਨਾਂ ਦੇ ਨਾਲ ਨਾਲ ਹੁਣ ਤਾਂ ਵਡੇਰੀ ਉਮਰ ਦੇ ਸਿਆਣੇ ਵੀ ਵਿਦੇਸ਼ਾਂ ਦੇ ਉਡਾਨਾਂ ਭਰ ਰਹੇ ਨੇ। ਵਿਰਕ ਸਾਹਿਬ, ਕਦੇ ਉਹਨਾਂ ਨੂੰ ਸਮਝਾਇਆ ਨਹੀਂ ਨੌਜਵਾਨਾਂ ਨੂੰ ਵੀ ਕਿਉਂ ਪੰਜਾਬ ਖਾਲੀ ਕਰ ਰਹੇ ਹੋ, ਕਿਉਂ ਅਜਿਹਾ ਕਾਰਨ ਕੀ ਹੈ, ਤੁਸੀਂ ਕੀ ਸਮਝਿਆ? ਇਹ ਇੱਕ ਸਵਾਲ ਰਾਜਨੀਤੀ ਤੋਂ ਹਟ ਕੇ ਆ, ਇਹ ਆਪਾਂ ਪੰਜਾਬ ਦੇ ਲਈ ਕਰਨਾ ਸ਼ਾਇਦ। ਦੇਖੋ ਜੀ, ਜਿਹੜੀ ਤਾਂ ਤੁਸੀਂ ਗੱਲ ਕਿਹਾ ਵੀ ਨੌਜਵਾਨਾਂ ਨੂੰ ਕਦੇ ਸਮਝਾਇਆ ਨਹੀਂ, ਲੇਕਿਨ ਨੌਜਵਾਨ ਤਾਂ ਸਮਝਿਆ ਹੋਇਆ ਕਰਕੇ ਹੀ ਬਾਹਰ ਜਾ ਰਿਹਾ। ਨੌਜਵਾਨ ਸਾਡੇ ਨਾਲੋਂ ਵੱਧ ਸਮਝ ਚੁੱਕਿਆ, ਉਹ ਅੱਜ ਦੀ ਪੀੜ੍ਹੀ ਦੇ ਅਨੁਕੂਲ ਇੱਕ
ਮਨੁੱਖ ਹੈ। ਲੇਕਿਨ ਜਿਹੜੀ ਅੱਜ ਜਿਹੜੀ ਅਸਥਿਰਤਾ ਹੈ ਨਾ ਸਾਡੇ ਪੈਦਾ ਹੋਈ, ਉਹ ਇਕੱਲੇ ਪੰਜਾਬ ਵਿੱਚ ਹੀ ਨਹੀਂ, ਪੂਰੇ ਦੇਸ਼ ਵਿੱਚ ਇੱਕ ਬਹੁਤ ਵੱਡੀ ਅਸਥਿਰਤਾ ਹੈ। ਕੋਈ ਬੰਦਾ ਆਪਣੇ ਆਪ ਨੂੰ ਸੇਫ ਨਹੀਂ ਮੰਨ ਲਈ, ਸੁਰੱਖਿਅਤ ਨਹੀਂ ਮੰਨ ਰਿਹਾ। ਬਹੁਤੇ ਪੁਲ ਬਣ ਜਾਣੇ, ਬਹੁਤੀਆਂ ਸੜਕਾਂ ਬਣ ਜਾਣੀਆਂ, ਉੱਚੀਆਂ ਇਮਾਰਤਾਂ ਬਣ ਜਾਣੀਆਂ, ਇਹ ਕੋਈ ਤਰੱਕੀ ਦਾ ਰਾਹ ਨਹੀਂ ਹੈਗਾ। ਬਿਲਕੁਲ। ਲੇਕਿਨ ਲੜਕੀ ਨੂੰ ਛੁੱਟੀ 2:20 ਤੇ ਕਾਲਜ ਤੋਂ ਮਿਲਦੀ ਆ ਨਾ ਜੀ, ਤੇ ਜੇ 2:30 ਵਜੇ ਘਰੇ ਨਹੀਂ ਆਉਂਦੀ ਤਾਂ ਮਾਂ ਬਾਪ ਨੂੰ ਪਸੀਨਾ ਆਉਣ ਲੱਗ ਜਾਂਦਾ। ਬਿਲਕੁਲ। ਸਿਰਫ 10 ਮਿੰਟ ਦੇ ਗੈਪ ਵਿੱਚ ਹੀ ਜਦੋਂ ਉਹ ਪਸੀਨਾ ਆਉਣੋਂ ਹਟੂਗਾ ਨਾ, ਫਿਰ ਅਸੀਂ ਸਥਿਰ ਹੋਵਾਂਗੇ ਤੇ ਫਿਰ ਸਾਡੇ ਵਿਦਿਆਰਥੀ ਬਾਹਰੋਂ ਜਾਣੋਂ ਹਟ ਜਾਣਗੇ। ਹੁਣ ਇੱਕ ਮਾਂ ਬਾਪ ਕੋਲੇ 1.5 ਕਿੱਲੇ ਜ਼ਮੀਨ ਆ, ਤੇ ਉਹ 1.5 ਕਿੱਲਾ ਵੇਚ ਕੇ ਕਹਿੰਦਾ ਬੇਟਾ ਤੂੰ ਚਲਿਆ ਜਾ, 1.5 ਕਿੱਲਾ ਵੇਚ ਕੇ ਕਹਿੰਦਾ ਬੇਟੀ ਤੂੰ ਚਲੀ ਜਾ। ਇੱਧਰੋਂ ਸਾਰਾ ਕੁਝ ਖੁੱਗ ਕੇ ਬੰਦਾ ਜਾ ਰਿਹਾ। ਹੁਣ ਤੁਹਾਨੂੰ ਕੀ ਲੱਗਦਾ ਵੀ ਕਿ ਉਹ ਅਣਭੋਲ ਥੋੜ੍ਹੋ ਨੇ ਜੀ? ਸਭ ਕੁਝ ਵੇਚ ਕੇ ਜਿਹੜਾ ਬੰਦਾ ਜਾ ਰਿਹਾ, ਇਹ ਸਾਡੀਆਂ ਸਰਕਾਰਾਂ ਨੂੰ ਸੋਚਣ ਦੀ ਲੋੜ ਹੈ। ਲੇਕਿਨ ਸਰਕਾਰਾਂ ਸੋਚਦੀਆਂ ਬਹੁਤ ਨੇ, ਲੇਕਿਨ ਆਪਸ ਲਈ। ਤੇ ਅਸੀਂ ਵੀ ਸਾਰੀ ਦਿਹਾੜੀ ਕੱਲ੍ਹ ਨੂੰ ਮੁੱਖ ਮੰਤਰੀ ਕੌਣ ਬਣੂਗਾ, ਅੱਜ ਮੁੱਖ ਮੰਤਰੀ ਕਿਹੜਾ ਲੈ ਗਿਆ, ਭੋਲਾ ਸਿੰਘ ਬਾਰੇ ਨਹੀਂ ਸੋਚ ਰਿਹਾ, ਲਵਾਸ ਬਾਰੇ ਨਹੀਂ ਸੋਚ ਰਹੇ। ਉਹ ਜਿਨ੍ਹਾਂ ਬਾਰੇ ਸੋਚਣ ਦੀ ਲੋੜ ਹੀ ਨਹੀਂ, ਉਹਨਾਂ ਬਾਰੇ ਅਸੀਂ ਕਿੰਨਾ ਕੁਝ ਸੋਚੀ ਜਾ ਰਹੇ ਹਾਂ। ਉਹਨਾਂ ਕੋਲ ਤਾਂ ਬਾਹਲਾ ਕੁਛ ਹੈ, ਉਹਨਾਂ ਲਈ ਸਾਨੂੰ ਕੀ ਸੋਚਣ ਦੀ ਲੋੜ ਹੈ? ਸਾਨੂੰ ਉਹ ਸੋਚਣਾ ਬੰਦ ਕਰਨਾ ਪਊਗਾ। ਲੇਕਿਨ ਅੱਜ ਹੁਣ ਜਦੋਂ ਕੋਈ ਜਿਹੜੀ ਪ੍ਰੋਬਲਮ ਹੈ, ਰੋਜ਼ ਅਖਬਾਰਾਂ ਦੇ ਵਿੱਚ ਵੱਡੀਆਂ ਖਬਰਾਂ ਕਿ ਬਹੁਤ ਵੱਡੀ ਪ੍ਰੋਬਲਮ ਹੈ, ਉਹਨਾਂ ਦਾ ਕੰਪਰੋਮਾਈਜ਼ ਹੋਗਾ ਤਾਂ ਕੋਈ ਪ੍ਰੋਬਲਮ ਨਹੀਂ। ਲੇਕਿਨ ਪ੍ਰੋਬਲਮ ਉਹਨਾਂ ਦੀ ਪ੍ਰੋਬਲਮ ਦੀ ਚਿੰਤਾ ਸਾਨੂੰ ਚਾਹੀਦਾ, ਸਾਡੀ ਪ੍ਰੋਬਲਮ ਦੀ ਚਿੰਤਾ ਉਹਨਾਂ ਨੂੰ। ਇਹ ਹਾਲਾਤ ਬਣ ਜਾਣਗੇ ਜਦੋਂ, ਫਿਰ ਕੋਈ ਬੰਦਾ ਬਾਹਰ ਨਹੀਂ ਜਾਊਗਾ। ਮੇਰਾ ਲਾਸਟ ਸਵਾਲ ਹੈ ਬਿਰਕ ਸਾਹਿਬ, ਮੌਜੂਦਾ ਹਾਲਾਤਾਂ ਤੇ ਚੋਟ ਤੇ ਕੀ ਸੁਨੇਹਾ ਸਮੁੱਚੇ ਵਰਗ ਨੂੰ, ਨੌਜਵਾਨਾਂ ਲਈ ਤਾਂ ਤੁਸੀਂ ਗੱਲ ਕਰ ਹੀ ਦਿੱਤੀ ਹੈ। ਸਮੁੱਚੇ ਵਰਗ ਨੂੰ ਸਰ, ਵਰਗ ਬਾਹਲਾ ਵੱਡਾ ਸਵਾਲ ਤੇ ਜਵਾਬ ਬਾਹਲੇ ਨੇ। ਕੋਈ ਕਿਸੇ ਇੱਕ ਗੱਲ ਬਾਰੇ ਪੁੱਛਦੇ ਤਾਂ ਦੱਸਿਆ ਜਾ ਸਕਦਾ ਸੀਗਾ ਜੀ। ਲੇਕਿਨ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਸੋਸਾਇਟੀ ਇਜ਼ ਰਿਸਪੋਂਸੀਬਲ ਜੀ। ਹਰ ਗੱਲ ਤੇ ਜਿਹੜੀ ਸੋਸਾਇਟੀ ਜ਼ਿੰਮੇਵਾਰ ਹੈ। ਲੇਕਿਨ ਹੁਣ ਸੋਸਾਇਟੀ ਨੂੰ ਨਵੀਂ ਗੱਲ ਤੋਂ ਸੋਚਣ ਦੀ ਲੋੜ ਹੈ ਕਿ ਸਾਡੇ ਅੱਗੇ ਉਹ ਲੋਕ ਹੋਣ ਜਿਹੜੇ ਸਾਨੂੰ ਸਾਡਾ ਸਮਝਣ। ਜਿੰਨਾ ਚਿਰ ਉਹ ਲੋਕ ਜਿਹੜੇ ਆਪਣਿਆਂ ਨੂੰ ਆਪ ਦਾ ਸਮਝੀ ਜਾਂਦੇ ਨੇ, ਸਾਨੂੰ ਸਾਡਾ ਸਮਝਦੇ ਨਹੀਂ, ਉਹਨਾਂ ਚਿਰ ਇੱਥੇ ਅਸਥਿਰਤਾ ਜਿਹੜੀ ਇੱਦਾਂ ਹੀ ਰਹੂਗੀ। ਸੋ ਮੇਰੀ ਬੇਨਤੀ ਸਮੁੱਚੇ ਸਮਾਜ ਨੂੰ ਕਿ ਸਾਨੂੰ ਅੱਗੇ ਉਹ ਲੋਕ ਲੈ ਕੇ ਆਉਣੇ ਚਾਹੀਦੇ ਨੇ ਜਿਹੜੇ ਸਾਡੇ ਹੋਣ ਤੇ ਸਾਨੂੰ ਸਾਡਾ ਸਮਝਣ। ਇਹੀ ਮੇਰੀ ਲਵਾਸ ਜੀ ਬੇਨਤੀ ਹੈ। ਇਹ ਸਨ ਸਰਦਾਰ ਭੋਲਾ ਸਿੰਘ ਵਿਰਕ, ਜਿਨ੍ਹਾਂ ਨੇ ਬਹੁਤ ਘੱਟ ਸਮੇਂ ਦੇ ਵਿੱਚ ਮਨ ਦੇ ਵਲਵਲੇ ਤੇ ਸਮਾਜ ਲਈ ਕੁਝ ਕਰ ਗੁਜ਼ਰਨ ਦੀ ਇੱਛਾ ਵੀ ਜ਼ਾਹਰ ਕੀਤੀ ਹੈ, ਤੇ ਜੋ ਕੀਤੀਆਂ ਨੇ ਉਹਨਾਂ ਨੂੰ ਸਾਡੇ ਸਾਹਮਣੇ ਸੰਖੇਪ ਤਰੀਕੇ ਨਾਲ ਰੱਖਿਆ। ਮੈਂ ਲੁਬਾਸ ਸਿੰਘਲਾ ਦੇ ਨਾਲ ਕੁਮਾਰ ਬਿਸ਼ਪਜੀਤ, ਗੁਰਪ੍ਰੀਤ ਸਿੰਘ, ਚੈਨਲ 7 ਡੇ ਨਿਊਜ਼। ਸਤਿ ਸ਼੍ਰੀ ਅਕਾਲ ਜੀ।